ਸਾਰਿਆਂ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ਾਂਤੀ ਮਿਲੇ। ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ। ਜੋ ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਇਕੱਠੇ ਹੋ ਰਹੇ ਹਾਂ, ਮੈਂ ਚਾਹੁੰਦਾ ਕਿ ਜਦ ਤੁਸੀਂ ਪਰਮੇਸ਼ਰ ਦਾ ਕਲਾਮ, ਪਰਮੇਸ਼ਰ ਦਾ ਵਚਨ ਸੁਣੋਗੇ ਤੇ ਪਰਮੇਸ਼ਰ ਤੁਹਾਡੇ ਜੀਵਨਾਂ 'ਚ ਆਸ਼ੀਸ਼ ਦੇਵੇਗਾ। ਔਰ ਅੱਜ ਦੇ ਅਸੀਂ ਪਰਮੇਸ਼ਰ ਦੇ ਵਚਨ 'ਚ ਜਾਵਾਂਗੇ ਔਰ ਸਿੱਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਹੈ। ਪਰਮੇਸ਼ਰ ਸਾਡੇ ਨਾਲ ਗੱਲ ਕਰਦਾ ਹੈ, ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਹੈ, ਪਰਮੇਸ਼ਰ ਹਰ ਇੱਕ ਇਨਸਾਨ ਨਾਲ ਗੱਲ ਕਰਦਾ ਹੈ। ਔਰ ਪਰਮੇਸ਼ਰ ਦਾ ਗੱਲ ਕਰਨ ਦਾ ਤਰੀਕਾ ਅੱਜ ਸਿੱਖਾਂਗੇ ਆਪਾਂ ਪਰਮੇਸ਼ਰ ਦੇ ਵਚਨ 'ਚੋਂ। ਪਰਮੇਸ਼ਰ ਕਿਸ ਤਰ੍ਹਾਂ ਗੱਲ ਕਰਦਾ ਹੈ, ਪਰਮੇਸ਼ਰ ਕਿਹੜੇ ਤਰੀਕੇ ਨਾਲ ਗੱਲ ਕਰਦਾ ਹੈ, ਔਰ ਪਰਮੇਸ਼ਰ ਨੇ ਵਚਨ ਦੇ ਵਿੱਚੋਂ ਕਿਹਦੇ ਨਾਲ ਉਦਾਂ ਗੱਲ ਕੀਤੀ। ਆਪਾਂ ਅੱਜ ਉਹ ਪਰਮੇਸ਼ਰ ਦੇ ਵਚਨ 'ਚੋਂ ਸਿੱਖਾਂਗੇ ਕਿ ਪਰਮੇਸ਼ਰ ਸਾਡੇ ਨਾਲ ਗੱਲ ਕਰਦਾ ਹੈ। ਆइए ਆਪਾਂ ਪਹਿਲਾਂ ਚੱਲਾਂਗੇ ਅਯੂਬ ਦੀ ਕਿਤਾਬ ਦੇ ਵਿੱਚ, ਉਹਦਾ 33 ਅਧਿਆਇ, ਉਹਦੀ 15 ਐਤ ਤੋਂ ਪੜਾਂਗੇ ਕਿ ਪਰਮੇਸ਼ਰ ਕਿਸ ਤਰ੍ਹਾਂ ਗੱਲ ਕਰਦਾ ਹੈ ਆਪਣੇ ਲੋਕਾਂ ਨਾਲ। ਇਸ ਦੇ ਵਿੱਚ ਲਿਖਿਆ ਹੈ, ਸੁਪਨੇ ਦੇ ਵਿੱਚ, ਰਾਤ ਦੀ ਦ੍ਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ ਅਤੇ ਜਦ ਉਹ ਆਪਣੇ ਬਿਸਤਰਿਆਂ ਉੱਤੇ ਸੌਂਦੇ ਹਨ, ਤਦ ਉਹ ਮਨੁੱਖਾਂ ਦੇ ਕੰਨ ਖੋਲਦਾ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਸੁਪਨੇ ਦੇ ਵਿੱਚ, ਰਾਤ ਦੀ ਦ੍ਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਤਦ ਪਰਮੇਸ਼ਰ ਜਦੋਂ ਆਪਣੇ ਬਿਸਤਰਿਆਂ ਤੇ ਸੁੱਤੇ ਹੁੰਦੇ ਆ, ਤਦ ਪਰਮੇਸ਼ਰ ਮਨੁੱਖਾਂ ਦੇ ਕੀ ਆ, ਕੰਨਾਂ ਨੂੰ ਖੋਲਦਾ ਹੈ। ਪਰਮੇਸ਼ਰ ਦੇ ਵਚਨ ਦੇ ਵਿੱਚ ਦੱਸਣ ਦਾ ਮਤਲਬ ਹੈ, ਪਹਿਲਾ ਤਰੀਕਾ ਪਰਮੇਸ਼ਰ ਨੇ ਦੱਸਿਆ ਕਿ ਪਰਮੇਸ਼ਰ ਕਿੱਦਾਂ ਗੱਲ ਕਰਦਾ, ਸੁਪਨੇ ਦੇ ਵਿੱਚ। ਕਿਉਂਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਪਰਮੇਸ਼ਰ ਆਉਣ ਵਾਲੇ ਸਮੇਂ ਦੇ ਵਿੱਚ ਬਜ਼ੁਰਗਾਂ ਨਾਲ, ਸੁਪਨਿਆਂ ਦੇ ਵਿੱਚ, ਜਵਾਨਾਂ ਨਾਲ ਵੀ ਗੱਲ ਕਰੇਗਾ। ਇਸ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਸੁਪਨੇ ਦੀ ਦ੍ਰਿਸ਼ਟਾਂਤ ਦੇ ਨਾਲ ਗੱਲ ਕਰਦਾ ਜਦੋਂ ਮਨੁੱਖਾਂ ਤੇ ਭਾਰੀ ਨੀਂਦ ਆ ਪੈਂਦੀ ਹੈ। ਭਾਰੀ ਨੀਂਦ, ਮੈਂ ਸੋਚਦਾ ਭਾਰੀ ਨੀਂਦ ਉਦੋਂ ਆ ਪੈਂਦੀ ਮਨੁੱਖਾਂ ਤੇ। ਭਾਰੀ ਨੀਂਦ ਮੈਂ ਸੋਚਦਾ ਕਿ ਮੈਂ 12 ਵਜੇ ਤਾਈਂ, 1 ਵਜੇ ਤਾਈਂ, 2 ਵਜੇ ਤਾਈਂ ਜਾਗ ਸਕਦਾ, ਪਰ ਭਾਰੀ ਨੀਂਦ ਜਦੋਂ ਆਉਂਦੀ ਨਾ, ਉਹ ਸਮਾਂ ਤੜਕੇ ਦਾ, ਸਵੇਰ ਦਾ। ਭਾਰੀ ਨੀਂਦ ਜਦੋਂ ਮਨੁੱਖਾਂ ਤੇ ਆ ਪੈਂਦੀ, ਉਹ ਆਪਣੇ ਬਿਸਤਰਿਆਂ ਉੱਤੇ ਕਹਿੰਦਾ ਸੁੱਤੇ ਹੋਏ ਹੁੰਦੇ ਨੇ। ਉਹ ਮਨੁੱਖ ਜਦੋਂ ਆਪਣੇ ਬਿਸਤਰੇ ਤੇ ਆਰਾਮ ਨਾਲ, ਸਕੂਨ ਨਾਲ ਸੁੱਤਾ ਹੁੰਦਾ, ਆਪਣੇ ਕਮਰੇ 'ਚ, ਅੱਜ ਗਰਮੀਆਂ ਦੇ ਦਿਨ ਆ, ਏਸੀ ਚਲਾ ਕੇ ਜਦੋਂ ਆਰਾਮ ਨਾਲ ਸੁੱਤਾ ਹੁੰਦਾ, ਤਦ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਤਦ ਪਰਮੇਸ਼ਰ ਤੁਹਾਡੇ ਨਾਲ ਬੋਲਣਾ ਚਾਹੁੰਦਾ। ਔਰ ਪਰਮੇਸ਼ਰ ਨੇ ਇਹੀ ਸਮਾਂ ਕਿਉਂ ਚੁਣਿਆ ਰਾਤ ਦਾ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ? ਰਾਤ ਦਾ ਸਮਾਂ ਹੀ ਕਿਉਂ ਚੁਣਿਆ ਪਰਮੇਸ਼ਰ? ਜਦੋਂ ਮਨੁੱਖ ਕਹਿੰਦਾ ਸੁੱਤਾ ਹੁੰਦਾ, ਉਦੋਂ ਪਰਮੇਸ਼ਰ ਕਿਉਂ ਗੱਲ ਕਰਨਾ ਚਾਹੁੰਦਾ? ਕਿਉਂਕਿ ਉਦੋਂ ਤੁਹਾਡੇ ਜਿਹੜੇ ਬੋਸ ਆ ਜੋਬ ਦੇ ਵਿੱਚ, ਤੁਹਾਡੇ ਜਿਹੜੇ ਜਿੱਥੇ ਤੁਸੀਂ ਜਾਂ ਤੁਸੀਂ ਹਸਬੈਂਡ ਆ, ਤੁਹਾਡੇ ਬੱਚੇ ਨਹੀਂ ਤੁਹਾਨੂੰ ਰਾਤ ਨੂੰ ਪਰੇਸ਼ਾਨ ਕਰਦੇ ਕਦੀ ਵੀ। ਔਰ ਕਦੀ ਵੀ ਤੁਹਾਡੀ ਜੋਬ ਤੁਹਾਨੂੰ ਰਾਤ ਨੂੰ ਪਰੇਸ਼ਾਨ ਨਹੀਂ ਕਰਦੀ। ਤੁਹਾਡਾ ਬੋਸ ਤੁਹਾਨੂੰ ਫੋਨ ਕਰਕੇ ਨਹੀਂ ਕਹੂਗਾ ਜਲਦੀ ਆ ਜਾ ਕੰਮ ਤੇ, ਕਿਉਂਕਿ ਰਾਤ ਜਿਹੜੀ ਆ ਆਰਾਮ ਦੀ ਬਣਾਈ ਆ। ਪਰ ਪਰਮੇਸ਼ਰ ਨੇ ਲਿਖਿਆ ਪਰਮੇਸ਼ਰ ਉਦੋਂ ਆਪਣੇ ਲੋਕਾਂ ਨਾਲ ਗੱਲ ਕਰਦਾ ਜਦੋਂ ਉਹ ਬਿਸਤਰਿਆਂ ਉੱਤੇ ਸੁੱਤੇ ਹੁੰਦੇ ਆ। ਕਿਉਂ ਉਦੋਂ ਪਰਮੇਸ਼ਰ ਗੱਲ ਕਰਦਾ? ਕਿਉਂਕਿ ਉਦੋਂ ਤੁਹਾਨੂੰ ਕੋਈ ਵੀ ਡਿਸਟਰਬ ਕਰਨ ਵਾਲਾ ਨਹੀਂ ਹੈ। ਇੱਕ ਮੈਰਿਡ ਜੋ ਔਰਤ ਆ, ਉਹਨੂੰ ਉਹਦੇ ਬੱਚੇ ਰਾਤ ਨੂੰ ਪਰੇਸ਼ਾਨ ਨਹੀਂ ਕਰੂਗੇ। ਇੱਕ ਜੋ ਜੌਬ ਵਰਕਰ ਆ, ਉਹਦਾ ਬੋਸ ਉਹਨੂੰ ਪਰੇਸ਼ਾਨ ਨਹੀਂ ਕਰੇਗਾ ਰਾਤ ਨੂੰ। ਉਦੋਂ ਉਹ ਸਕੂਨ ਨਾਲ ਸੁੱਤਾ ਹੁੰਦਾ, ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਉਸ ਵੇਲੇ ਪਰਮੇਸ਼ਰ ਚਾਹੁੰਦਾ ਕਿ ਮੈਂ ਆਪਣੇ ਬੰਦੇ ਨਾਲ ਗੱਲ ਕਰਾਂ। ਇਸ ਲਈ ਪਰਮੇਸ਼ਰ ਦੇ ਵਿੱਚ ਵਚਨ ਦੇ ਵਿੱਚ ਲਿਖਿਆ, ਜਦ ਭਾਰੀ ਨੀਂਦ ਮਨੁੱਖਾਂ ਤੇ ਆ ਪੈਂਦੀ ਹੈ ਅਤੇ ਜਦ ਉਹ ਆਪਣੇ ਬਿਸਤਰਿਆਂ ਉੱਤੇ ਸੌਂਦੇ ਹਨ, ਤਦ ਉਹ ਮਨੁੱਖਾਂ ਦੇ ਕੰਨਾਂ ਨੂੰ ਖੋਲਦਾ ਹੈ। ਤਦ ਪਰਮੇਸ਼ਰ ਆਪਣੇ ਲੋਕਾਂ ਦੇ ਕੰਨਾਂ ਨੂੰ ਕੀ ਕਰਦਾ? ਖੋਲਦਾ ਹੈ। ਖੋਲਦਾ ਹੈ ਆਪਣੇ ਲੋਕਾਂ ਦੇ ਕੰਨਾਂ ਨੂੰ। ਕਿਉਂ ਖੋਲਦਾ ਹੈ? ਕਿ ਉਹ ਪਰਮੇਸ਼ਰ ਉਹਨਾਂ ਨਾਲ ਗੱਲ ਕਰ ਸਕੇ। ਕਿਉਂ ਖੋਲਦਾ ਹੈ? ਅਤੇ ਉਹਨਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ। ਉਹ ਪਰਮੇਸ਼ਰ ਉਹਨਾਂ ਨੂੰ ਸਿਖਾਉਂਦਾ ਆ ਕਿ ਕੱਲ ਨੂੰ ਕੀ ਹੋਣਾ, ਕੱਲ ਨੂੰ ਕਿਸ ਤਰ੍ਹਾਂ ਕਰਨਾ, ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਹੋਣਾ। ਉਦੋਂ ਪਰਮੇਸ਼ਰ ਤੁਹਾਡੇ ਨਾਲ ਦਰਸ਼ਨ ਦੇ ਕੇ ਤੁਹਾਡੇ ਜੀਵਨ ਬਾਰੇ ਜਾਂ ਕਿਸੇ ਦੇ ਜੀਵਨ ਬਾਰੇ ਜੋ ਪਰਮੇਸ਼ਰ ਤੁਹਾਡੇ ਜੀਵਨ 'ਚ ਚਾਹੁੰਦੇ ਆ, ਉਹ ਤੁਹਾਨੂੰ ਦੱਸਣਗੇ। ਕਦੋਂ? ਰਾਤ ਦੇ ਸਮੇਂ, ਜਦੋਂ ਮਨੁੱਖਾਂ ਤੇ ਭਾਰੀ ਨੀਂਦ ਆ ਪੈਂਦੀ ਹੈ। ਵਚਨ ਦੇ ਵਿੱਚ ਲਿਖਿਆ ਉਦੋਂ ਪਰਮੇਸ਼ਰ ਆਪਣੇ ਲੋਕਾਂ ਨਾਲ ਗੱਲ ਕਰਦਾ ਤੇ ਉਹਨਾਂ ਦੇ ਕੰਨਾਂ ਨੂੰ ਕੀ ਕਰਦਾ ਹੈ? ਖੋਲਦਾ। ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਸਿੱਖਦੇ ਹਾਂ ਕਿ ਪਰਮੇਸ਼ਰ ਸਾਡੇ ਨਾਲ ਗੱਲ ਕਰਦਾ ਹੈ। ਆਈਏ ਇੱਕ ਹੋਰ ਮੈਂ ਵਚਨ ਤੁਹਾਨੂੰ ਦੱਸਾਂਗਾ, ਯਸ਼ਾਇਆ ਦੀ ਕਿਤਾਬ, ਉਹਦਾ 50 ਅਧਿਆਇ, ਉਹਦੀ
4 ਇੱਥੋਂ ਪੜਾਂਗੇ। ਪਰਮੇਸ਼ਰ ਦੇ ਗੱਲ ਕਰਨ ਦਾ ਤਰੀਕਾ ਕਹਿੰਦਾ, ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ, ਭਾਈ ਮੈਂ ਜਾਣਾ ਕਿ ਗੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ। ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਖੋਲਦਾ। ਕਦੋਂ ਲਿਖਿਆ? ਕਦੋਂ ਜਗਾਉਂਦਾ? ਸਵੇਰੇ ਸਵੇਰੇ। ਪਹਿਲਾਂ ਆਪਾਂ ਕਦੋਂ ਪੜਿਆ? ਕਿ ਜਦੋਂ ਮਨੁੱਖਾਂ ਤੇ ਭਾਰੀ ਨੀਂਦ ਆ ਪਈ ਹੁੰਦੀ। ਭਾਰੀ ਨੀਂਦ ਕਦੋਂ ਪੈਂਦੀ? ਮੈਂ ਸੋਚਦਾ ਸਵੇਰੇ ਸਵੇਰੇ। ਤੁਸੀਂ ਦੇਖ ਲਓ, ਕਦੀ ਵੀ ਤੁਹਾਨੂੰ ਨੀਂਦ ਆਏਗੀ, ਤੜਕੇ ਦੇ ਟਾਈਮ ਤੁਹਾਨੂੰ ਜ਼ਿਆਦਾ ਨੀਂਦ ਆਏਗੀ। ਤੜਕੇ 3-4 ਵਜੇ ਤੁਹਾਨੂੰ ਸਵੇਰ ਦੇ ਟਾਈਮ ਬਹੁਤ ਹੀ ਨੀਂਦ ਗੂੜੀ ਆਏਗੀ। ਤੁਹਾਨੂੰ ਲੱਗੇ ਕੋਈ ਤੁਹਾਨੂੰ ਡਿਸਟਰਬ ਕਰੇ, ਤੁਸੀਂ ਨਹੀਂ ਹੁਣ ਤਾਂ ਨੀਂਦ ਆਈ। ਕਿਉਂ? ਇਸੇ ਤਰ੍ਹਾਂ ਪਰਮੇਸ਼ਰ ਦੇ ਹੁਣ ਵਚਨ 'ਚ ਆਪਾਂ ਕੀ ਪੜ੍ਹਦੇ? ਪ੍ਰਭੂ ਯਹੋਵਾ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੰਦਾ। ਕਿ ਪ੍ਰਭੂ ਯਹੋਵਾ ਪਰਮੇਸ਼ਰ ਮੈਨੂੰ ਸੇਵਕ ਬਣਾਉਣਾ ਚਾਹੁੰਦਾ, ਭਾਈ ਮੈਂ ਜਾਣਾ ਕਿ ਗੁੱਸੇ ਹੋਇਆਂ ਨੂੰ ਕਿਵੇਂ ਵਚਨ ਨਾਲ ਸਹਾਇਤਾ ਦੇਵਾਂ। ਉਹ ਮੈਨੂੰ ਕਦੋਂ ਜਗਾਉਂਦਾ? ਸਵੇਰੇ ਸਵੇਰੇ ਜਗਾਉਂਦਾ। ਉਹ ਮੇਰੇ ਕੰਨਾਂ ਨੂੰ ਕੀ ਕਰਦਾ? ਖੋਲਦਾ ਹੈ। ਸਵੇਰੇ ਸਵੇਰੇ ਮੈਨੂੰ ਜਗਾਉਂਦਾ ਤੇ ਮੇਰੇ ਕੰਨਾਂ ਨੂੰ ਕੀ ਕਰਦਾ? ਖੋਲਦਾ ਹੈ। ਆਪਾਂ ਫਿਰ ਪਰਮੇਸ਼ਰ ਦੇ ਵਚਨ 'ਚ ਸਿੱਖਿਆ, ਪਹਿਲਾਂ ਦੱਸਿਆ ਪਰਮੇਸ਼ਰ ਕਦੋਂ ਗੱਲ ਕਰਦਾ? ਰਾਤ, ਸੁਪਨੇ ਦੇ ਵਿੱਚ। ਰਾਤ ਨੂੰ ਮਨੁੱਖਾਂ ਤੇ ਜਦੋਂ ਭਾਰੀ ਨੀਂਦ ਆ ਪਈ ਹੁੰਦੀ, ਭਾਰੀ ਨੀਂਦ ਮੈਂ ਸੋਚਦਾ ਸਵੇਰੇ ਸਵੇਰੇ। ਹੁਣ ਪਰਮੇਸ਼ਰ ਦੇ ਵਚਨ 'ਚ ਆਪਾਂ ਕੀ ਪੜ੍ਹਦੇ? ਸਵੇਰੇ ਸਵੇਰੇ ਪਰਮੇਸ਼ਰ ਜਗਾਉਂਦਾ ਤੇ ਫਿਰ ਕੀ ਕਰਦਾ? ਉਹ ਮੇਰੇ ਕੰਨਾਂ ਨੂੰ ਕੀ ਕਰਦਾ ਹੈ? ਖੋਲਦਾ ਹੈ। ਪਰਮੇਸ਼ਰ ਕੰਨਾਂ ਨੂੰ ਖੋਲਦਾ ਹੈ। ਪਰਮੇਸ਼ਰ ਦਾ ਗੱਲ ਕਰਨ ਦਾ ਤਰੀਕਾ ਆ, ਪਰਮੇਸ਼ਰ ਗੱਲ ਕਰਦਾ ਆ। ਪਰਮੇਸ਼ਰ ਤੁਹਾਡੇ ਕੰਨਾਂ ਨੂੰ ਖੋਲਣਾ ਚਾਹੁੰਦਾ ਆ। ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆ। ਪਰਮੇਸ਼ਰ ਤੁਹਾਡੇ ਨਾਲ ਚਾਹੁੰਦਾ ਆਪਣਾ ਰਿਸ਼ਤਾ ਕਾਇਮ ਕਰਨਾ। ਮੈਂ ਹਮੇਸ਼ਾ ਆਪਣੇ ਮੇਰੇ ਸੀਨੀਅਰ ਪਾਸਟਰ ਔਸਟਿਨ ਜੀ, ਉਹ ਮੈਨੂੰ ਹਮੇਸ਼ਾ ਕਹਿੰਦੇ ਸੀਗੇ, ਜਦੋਂ ਮੈਂ ਸੇਵਕਾਈ ਦੇ ਵਿੱਚ ਨਵਾਂ ਸ਼ੁਰੂ ਹੋਇਆ, ਤੇ ਉਹਨਾਂ ਨੇ ਮੈਨੂੰ ਹਮੇਸ਼ਾ ਇਹ ਸਿਖਾਉਣਾ ਜਦੋਂ ਮੈਂ ਉਹਨਾਂ ਨਾਲ ਆਉਣਾ ਮਿਲਣਾ, ਕਹਿੰਦੇ ਤੁਸੀਂ ਦੇਖੋ ਜਦੋਂ ਸਾਡੇ ਨਾਲ ਸਮਾਂ ਬਿਤਾਉਂਦੇ ਨਾ, ਤੇ ਤੁਸੀਂ ਸਿੱਖਦੇ ਆ ਕਿ ਕਿਸ ਤਰ੍ਹਾਂ ਕਿ ਪਰਮੇਸ਼ਰ, ਜਦੋਂ ਤੁਸੀਂ ਸਾਡੇ ਨਾਲ ਰੋਜ਼ ਮਿਲੋਗੇ ਅਸੀਂ ਤੁਹਾਡੇ ਘਰ ਬਾਰੇ ਜਾਣ ਲਾਂਗੇ ਸਾਰਾ ਕੁਝ। ਤੁਹਾਡੇ ਘਰ ਕੌਣ ਹੈ, ਤੁਹਾਡੀ ਫੈਮਿਲੀ 'ਚ ਕੌਣ ਹੈ, ਤੁਹਾਡੀ ਰਿਸ਼ਤੇਦਾਰੀ 'ਚ ਕੌਣ ਹੈ। ਕਿਉਂ ਅਸੀਂ ਮਿਲਦੇ। ਇਸੇ ਤਰ੍ਹਾਂ ਕਹਿੰਦੇ ਪਰਮੇਸ਼ਰ ਨਾਲ ਰਿਸ਼ਤਾ ਕਾਇਮ ਕਰਨਾ। ਜਦੋਂ ਅਸੀਂ ਪਰਮੇਸ਼ਰ ਨਾਲ ਰੋਜ਼ ਮਿਲਾਂਗੇ, ਜਦੋਂ ਰੋਜ਼ ਪਰਮੇਸ਼ਰ ਦਾ ਵਚਨ ਪੜਾਂਗੇ, ਰੋਜ਼ ਪਰਮੇਸ਼ਰ ਦੇ ਵਚਨ ਨੂੰ ਸੁਣਾਂਗੇ, ਰੋਜ਼ ਪਰਮੇਸ਼ਰ ਦੀ ਆਰਾਧਨਾ ਕਰਾਂਗੇ, ਰੋਜ਼ ਪਰਮੇਸ਼ਰ ਦੀ ਉਪਾਸਨਾ ਕਰਾਂਗੇ, ਉਦੋਂ ਕੀ ਹੈ? ਪਰਮੇਸ਼ਰ ਵੀ ਫਿਰ ਕੀ ਹੈ? ਸਾਡੇ ਨਾਲ ਪਰਮੇਸ਼ਰ ਦਾ ਵੀ ਜਿਹੜਾ ਰਿਸ਼ਤਾ ਆ ਉਹ ਗੂੜਾ ਹੋ ਜਾਊਗਾ ਤੇ ਪਰਮੇਸ਼ਰ ਖੁਦ ਸਾਡੇ ਨਾਲ ਗੱਲ ਕਰੇਗਾ। ਔਰ ਫਿਰ ਤੁਹਾਡੇ ਪਰਮੇਸ਼ਰ ਕੰਨਾਂ ਨੂੰ ਵੀ ਖੋਲੇਗਾ। ਫਿਰ ਪਰਮੇਸ਼ਰ ਆਪਣੀ ਆਵਾਜ਼ ਤੁਹਾਡੇ ਕੰਨਾਂ ਵਿੱਚ ਦੇਗਾ। ਫਿਰ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ। ਔਰ ਮੈਂ ਹਮੇਸ਼ਾ ਯਾਦ ਕਰਦਾ ਕਿ ਇਹ ਕਦੋਂ ਹੋਏਗਾ, ਕਿੱਦਾਂ ਹੋਏਗਾ। ਮੈਂ ਹਮੇਸ਼ਾ ਆਪਣੇ ਆਤਮਿਕ ਮੇਰੇ ਪਾਸਟਰ ਔਸਟਿਨ ਜੀ ਨੂੰ, ਆਤਮਿਕ ਗੁਰੂ ਨੂੰ, ਮੈਂ ਉਹਨਾਂ ਨੂੰ ਯਾਦ ਕਰਦੇ ਹੋਏ ਕਹਿੰਦਾ ਕਿ ਉਹਨਾਂ ਨੇ ਕਿਹਾ ਕਿ more prayer more power, less prayer less power, no prayer no power, ज्यादा प्रार्थना ज्यादा शक्ति, घट प्रार्थना घट शक्ति, नहीं प्रार्थना नहीं शक्ति। इसका मतलब कि शक्ति कदों आउंदी आ? परमेश्वर कदों ਸਾਡੇ ਨਾਲ ਰਿਸ਼ਤੇ ਗੂੜੇ ਕਰੂਗਾ? ਜਦੋਂ ਅਸੀਂ ਪ੍ਰੇਅਰ ਵੀ ਕਰਾਂਗੇ, ਜਦੋਂ ਪਰਮੇਸ਼ਰ ਦੀ ਆਰਾਧਨਾ ਕਰਾਂਗੇ। ਇਹ ਮੈਂ ਤੁਹਾਨੂੰ ਗੱਲ ਕਰਨ ਦਾ ਤਰੀਕਾ ਦੱਸਦਾ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਆ, ਪਰ ਗੱਲ ਕਿੱਦਾਂ ਕਰਦਾ ਹੈ ਕਿ ਪਹਿਲਾਂ ਤੁਸੀਂ ਪਰਮੇਸ਼ਰ ਨਾਲ ਰਿਸ਼ਤਾ ਗੂੜਾ ਕਰਨਾ। ਜਦੋਂ ਤੁਸੀਂ ਮੈਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ, ਜਿਸ ਤਰ੍ਹਾਂ ਹਮੇਸ਼ਾ ਮੈਂ ਦੱਸਾਂ ਕਿ ਜਦੋਂ ਤੁਸੀਂ ਮੇਰੇ ਨਾਲ ਮਿਲੋਗੇ, ਆਪਾਂ ਰੋਜ਼ ਤਾਂ ਨਾ ਮਿਲਾਂਗੇ, ਅਸੀਂ ਪਰਮੇਸ਼ਰ ਦੇ ਇੱਕ ਦੂਜੇ ਨਾਲ ਗੱਲ ਕਰਾਂਗੇ, ਤੇ ਜ਼ਰੂਰ ਮੈਂ ਤੁਹਾਨੂੰ ਦੱਸੂਗਾ ਕਿ ਮੇਰੀ ਫੈਮਿਲੀ 'ਚ ਕੌਣ ਆ। ਮੈਂ ਤੁਹਾਨੂੰ ਆਪਣੇ ਘਰ ਵੀ ਬੁਲਾਉਂਗਾ, ਤੁਸੀਂ ਮੇਰੇ ਘਰ ਆ ਜਾਓਗੇ, ਮੇਰੇ ਕੰਮ ਬਾਰੇ ਜਾਣੋਗੇ, ਮੇਰੀ ਫੈਮਿਲੀ ਬਾਰੇ ਜਾਣੋਗੇ। ਉਹਨਾਂ ਕੀ ਹੋਊਗਾ? ਤੁਸੀਂ ਮੇਰੇ ਬਾਰੇ ਸਾਰਾ ਕੁਝ ਜਾਣ ਲਓਗੇ ਤੇ ਮੈਂ ਵੀ ਤੁਹਾਡੇ ਬਾਰੇ ਜਾਣੂਗਾ। ਇਸੇ ਤਰ੍ਹਾਂ ਜੇ ਤੁਸੀਂ ਪਰਮੇਸ਼ਰ ਨਾਲ ਰੋਜ਼ ਰਿਸ਼ਤਾ ਕਾਇਮ ਕਰੋਗੇ, ਰੋਜ਼ ਪਰਮੇਸ਼ਰ ਦੇ ਵਚਨ ਨੂੰ ਪੜੋਗੇ, ਰੋਜ਼ ਪਰਮੇਸ਼ਰ ਦੇ ਕਲਾਮ ਨੂੰ ਪੜੋਗੇ, ਰੋਜ਼ ਆਰਾਧਨਾ ਕਰਾਂਗੇ, ਉਪਾਸਨਾ ਕਰੋਗੇ, ਪ੍ਰਾਰਥਨਾ ਕਰੋਗੇ, ਜਿਆਦੀ ਪ੍ਰਾਰਥਨਾ ਕਰੋਗੇ, ਪਰਮੇਸ਼ਰ ਫਿਰ ਤੁਹਾਡੇ ਨਾਲ ਵੀ ਪਰਮੇਸ਼ਰ ਦਾ ਰਿਸ਼ਤਾ ਗੂੜਾ ਹੋ ਜਾਊਗਾ। ਔਰ ਫਿਰ ਪਰਮੇਸ਼ਰ ਤੁਹਾਡੇ ਕੰਨਾਂ ਨੂੰ ਖੋਲੂਗਾ, ਫਿਰ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੂਗਾ। ਪਰ ਗੱਲ ਕਰਦਾ ਹੈ ਪਰਮੇਸ਼ਰ ਦੇ। ਅੱਜ ਵਚਨ 'ਚ ਅਸੀਂ ਇਹ ਸਿੱਖਦੇ ਪਏ, ਪਰਮੇਸ਼ਰ ਮਨੁੱਖਾਂ ਦੇ ਕੀ ਆ? ਕੰਨਾਂ ਨੂੰ ਖੋਲਦਾ ਹੈ। ਇੱਕ ਵਾਰ ਫਿਰ ਮੈਂ ਪੜਾਉਣਾ ਚਾਹੂੰਗਾ ਕਿ ਤੁਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਬਣੇ ਰਹੋ। ਅਯੂਬ ਦੀ ਕਿਤਾਬ ਦੇ ਵਿੱਚ, ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਕਿ ਕਿਸ ਤਰ੍ਹਾਂ ਪਰਮੇਸ਼ਰ ਗੱਲ ਕਰਦਾ ਆਪਣੇ ਲੋਕਾਂ ਨਾਲ। ਸੁਣੀਏ, ਸੁਪਨੇ ਦੇ ਵਿੱਚ, ਰਾਤ ਦੀ ਦ੍ਰਿਸ਼ਟੀ ਦੇ ਵਿੱਚ, ਸੁਪਨੇ ਦੇ ਵਿੱਚ ਪਰਮੇਸ਼ਰ ਗੱਲ ਕਰਦਾ ਹੈ, 100% ਗੱਲ ਕਰਦਾ ਹੈ। ਫਿਰ ਲਿਖਿਆ ਤਦ ਮਨੁੱਖ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਉਹ ਆਪਣੇ ਬਿਸਤਰਿਆਂ ਉੱਤੇ ਸੌਂਦੇ ਹਨ ਤਦ ਉਹ ਮਨੁੱਖਾਂ ਦੇ ਕੰਨਾਂ ਨੂੰ ਖੋਲਦਾ ਹੈ। ਜਦ ਮਨੁੱਖਾਂ ਉੱਤੇ ਭਾਰੀ ਨੀਂਦ ਆ ਪਈ ਹੁੰਦੀ, ਜਦ ਉਹ ਗੂੜੀ ਨੀਂਦ ਦੇ ਵਿੱਚ ਸੁੱਤੇ ਹੁੰਦੇ, ਤਦ
ਉਹ ਆਪਣੇ ਬਿਸਤਰਿਆਂ ਤੇ ਆਰਾਮ ਨਾਲ ਸੁੱਤੇ ਹੁੰਦੇ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਤਦ ਪਰਮੇਸ਼ਰ ਉਹਦੇ ਕੰਨਾਂ ਨੂੰ ਖੋਲਦਾ, ਤਦ ਉਹ ਪਰਮੇਸ਼ਰ ਉਹਨੂੰ ਜਗਾਉਂਦਾ, ਉਹਨੂੰ ਚਾਹੁੰਦਾ ਕਿ ਤੂੰ ਬੇਟਾ ਉੱਠ, ਇਹ ਬਿਸਤਰੇ ਨੂੰ ਛੱਡ, ਇਹਨੂੰ ਛੱਡ ਦੇ ਆਪਣੀ ਨੀਂਦ ਨੂੰ ਔਰ ਮੇਰੇ ਨਾਲ ਗੱਲ ਕਰ। ਪਰ ਬਹੁਤ ਘੱਟ ਲੋਕ ਆ ਜਿਹੜੇ ਪਰਮੇਸ਼ਰ ਨਾਲ ਗੱਲ ਕਰਦੇ ਜਾਂ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਕਾਇਮ ਕਰਦੇ ਜਾਂ ਪਰਮੇਸ਼ਰ ਨਾਲ ਆਪਣੇ ਵਚਨ ਤੇ ਚੱਲਦੇ ਆ। ਬਹੁਤ ਘੱਟ ਲੋਕ ਕਿ ਪਰਮੇਸ਼ਰ ਨੂੰ ਸਮਾਂ ਦੇ ਸਕਣ ਤੜਕੇ ਦਾ। ਮੇਰੇ ਡੈਡੀ ਹਮੇਸ਼ਾ, ਮੇਰੇ ਡੈਡੀ ਦਾ ਰੂਲ ਆ ਕਿ ਉਹ ਤੜਕੇ 3:30 4 ਵਜੇ ਉੱਠ ਜਾਂਦੇ ਔਰ ਮੈਨੂੰ ਵੀ ਉਠਾਉਂਦੇ ਆ। ਮੇਰਾ ਵੀ ਨੀਂਦ ਉਸ ਵੇਲੇ ਟਾਈਮ ਮਨ ਨਹੀਂ ਕਰਦਾ ਕਿ ਯਾਰ, ਕਿਉਂਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਸਵੇਰ ਦੀ ਨੀਂਦ ਨਾ ਭਾਰੀ ਨੀਂਦ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਉਹ ਜਿਹੜੀ ਨੀਂਦ ਆ ਬਹੁਤ ਭਾਰੀ ਆ ਔਰ ਉਹ ਨੀਂਦ ਬਹੁਤ ਹੀ ਮਜ਼ੇਦਾਰ ਲੱਗਦੀ ਸਵੇਰ ਦੀ ਨੀਂਦ। ਪਰ ਮੇਰੇ ਪਾਪਾ ਮੈਨੂੰ ਜਗਾਉਂਦੇ, ਉਹਨਾਂ ਨੇ ਇੱਕ ਰੂਟੀਨ ਬਣਾਈ ਹੋਈ ਆ ਔਰ ਮੈਂ ਪ੍ਰਾਰਥਨਾ ਕਰਨੀ, ਫਿਰ ਅਸੀਂ ਇਕੱਠਿਆਂ ਨੇ ਨਾਸ਼ਤਾ ਕਰਨਾ। ਮਤਲਬ ਸਵੇਰ ਨੂੰ ਤੁਸੀਂ ਜ਼ਰੂਰ ਉੱਠਣਾ ਔਰ ਪਰਮੇਸ਼ਰ ਫਿਰ ਤੁਹਾਡੇ ਕੰਨਾਂ ਨੂੰ ਖੋਲਦਾ ਹੈ। ਤੇ ਉਸ ਤੋਂ ਬਾਅਦ ਆਪਾਂ ਹੁਣ ਕੀ ਪੜ੍ਹਿਆ, ਯਸ਼ਾਇਆ ਦੀ ਕਿਤਾਬ ਉਹਦਾ 50 ਅਧਿਆਏ ਉਹਦੀ 4 ਆਇਤ ਦੇ ਵਿੱਚ ਪੜ੍ਹਿਆ ਕਿ ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ। ਕਿਹਦੀ ਜ਼ੁਬਾਨ ਦਿੱਤੀ? ਆਪਣੇ ਚੇਲਿਆਂ ਦੀ ਜ਼ੁਬਾਨ ਵੀ ਦਿੱਤੀ ਪਰਮੇਸ਼ਰ ਨੇ ਸਾਨੂੰ। ਭਾਈ ਮੈਂ ਜਾਣਾ ਕਿ ਗੁੱਸੇ ਹੋਇਆਂ ਨੂੰ ਮਨਾਉਣਾ ਤੇ ਕਿਵੇਂ ਬਚਨ ਦੇ ਨਾਲ ਸਹਾਇਤਾ ਦੇਣੀ ਉਹਨਾਂ ਨੂੰ। ਉਸ ਤੋਂ ਬਾਅਦ ਲਿਖਿਆ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਖੋਲਦਾ ਹੈ। ਉਹ ਮੈਨੂੰ ਸਵੇਰੇ ਸਵੇਰੇ ਕੀ ਕਰਦਾ ਹੈ? ਜਗਾਉਂਦਾ। ਸਵੇਰੇ ਸਵੇਰੇ ਜਗਾਉਂਦਾ ਪਰਮੇਸ਼ਰ ਦੇ ਵਚਨ 'ਚ ਲਿਖਿਆ। ਇਸ ਲਈ ਧਿਆਨ ਨਾਲ ਅੱਜ ਆਪਣੇ ਕੰਨਾਂ ਨੂੰ ਖੋਲ ਕੇ ਪਰਮੇਸ਼ਰ ਦੇ ਵਚਨ ਨੂੰ ਸੁਣੀਏ। ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਕਿ ਪਰਮੇਸ਼ਰ ਤੁਹਾਡੇ ਵੀ ਕੰਨਾਂ ਨੂੰ ਖੋਲਣਾ ਚਾਹੁੰਦਾ, ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਅੱਜ ਬਹੁਤ ਵਿਸ਼ਵਾਸੀ ਹੈ ਜਿਨ੍ਹਾਂ ਨੇ ਆਪਣੇ ਕੰਨਾਂ ਨੂੰ ਬੰਦ ਕੀਤਾ ਹੋਇਆ, ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ, ਪਰਮੇਸ਼ਰ ਦੀ ਜੋ ਪਰਮੇਸ਼ਰ ਚਾਹੁੰਦਾ ਹੈ ਉਹਨੂੰ ਨਹੀਂ ਸੁਣਦੇ। ਵਿਸ਼ਵਾਸੀ ਦਾ ਕੰਮ ਹੈ ਕਿ ਆਪਣੇ ਕੰਨਾਂ ਨੂੰ ਖੋਲਣਾ ਔਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ, ਪਰਮੇਸ਼ਰ ਦੇ ਨਾਲ ਗੱਲ ਕਰਨਾ। ਇਹ ਆਪਾਂ ਅੱਜ ਪਰਮੇਸ਼ਰ ਦੇ ਵਚਨ 'ਚ ਦੱਸ ਰਿਹਾ ਮੈਂ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਜਿਹੜਾ ਪਰਮੇਸ਼ਰ ਆ ਉਹ ਜਿਉਂਦਾ ਪਰਮੇਸ਼ਰ ਹੈ। ਅਸੀਂ ਸਾਰੇ ਜਣੇ ਜਾਣਦੇ ਬਾਣੀ ਦੇ ਵਿੱਚ ਲਿਖਿਆ ਔਰ ਤੁਸੀਂ ਵੀ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਰ ਸਾਡਾ ਜਿਉਂਦਾ ਪਰਮੇਸ਼ਰ ਹੈ। ਤੇ ਜਿਉਂਦਾ ਪਰਮੇਸ਼ਰ ਹੈ ਤਾਂ ਤੁਹਾਡੇ ਨਾਲ ਗੱਲ ਵੀ ਕਰੇਗਾ, ਜਿਉਂਦਾ ਪਰਮੇਸ਼ਰ ਆ ਉਹ ਤੁਹਾਡੇ ਨਾਲ ਬੋਲੇਗਾ ਵੀ। ਪਰ ਇਹ ਉਸੇ ਤਰ੍ਹਾਂ ਬੋਲੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਪਰਮੇਸ਼ਰ ਨਾਲ ਜ਼ਿਆਦਾ ਸਮਾਂ ਬਿਤਾਓਗੇ, ਜਦੋਂ ਤੁਸੀਂ ਪਰਮੇਸ਼ਰ ਦੇ ਕਲੋਜ਼ ਹੋ ਜਾਓਗੇ, ਜਦੋਂ ਤੁਸੀਂ ਪਰਮੇਸ਼ਰ ਦੇ ਬਿਲਕੁਲ ਨਜ਼ਦੀਕ ਹੋ ਜਾਓਗੇ, ਉਦੋਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ। ਔਰ ਜ਼ਿਆਦਾ ਪ੍ਰਾਰਥਨਾ ਕਰੋਗੇ ਫਿਰ ਤੁਹਾਡੇ ਨਾਲ ਪਰਮੇਸ਼ਰ ਗੱਲ ਕਰੇਗਾ। ਲੇਕਿਨ ਬਾਣੀ ਦੇ ਵਿੱਚ ਅਸੀਂ ਪੜ੍ਹ ਲਿਆ ਕਿ ਪਰਮੇਸ਼ਰ ਕੰਨਾਂ ਨੂੰ ਖੋਲਦਾ। ਹੁਣ ਮੈਂ ਤੁਹਾਨੂੰ ਇੱਕ ਸਬੂਤ ਦੇਣਾ ਚਾਹੁੰਦਾ ਕਿ ਪਰਮੇਸ਼ਰ ਹਾਂ ਕੰਨਾਂ ਨੂੰ ਖੋਲਦਾ। ਮੇਰੇ ਨਾਲ ਆ ਜਾਈਏ 1 ਸੈਮੂਅਲ ਉਹਦਾ 3 ਅਧਿਆਏ ਉਹਦੀ ਪਹਿਲੀ ਹੈ। ਇਹ ਮੈਂ ਤੁਹਾਨੂੰ ਸਬੂਤ ਦੇਣਾ ਕਿ ਪਰਮੇਸ਼ਰ ਕੰਨਾਂ ਨੂੰ ਖੋਲਦਾ ਹੈ, ਪਰਮੇਸ਼ਰ ਗੱਲ ਕਰਦਾ ਆ। ਇਹ ਮੈਂ ਤੁਹਾਨੂੰ ਸਬੂਤ ਦੇਣਾ ਬਾਣੀ ਦੇ ਵਿੱਚੋਂ। ਪੜ੍ਹੀਏ ਮੇਰਾ ਨਾਲ 1 ਸੈਮੂਅਲ ਉਹਦਾ 3 ਅਧਿਆਏ ਦੀ ਪਹਿਲੀ ਹੈ ਤੋਂ ਪੜਾਂਗੇ। ਉਹ ਮੁੰਡਾ ਸੈਮੂਅਲ ਏਲੀ ਦੇ ਸਾਹਮਣੇ ਯਹੋਵਾ ਦੀ ਟਹਿਲ ਕਰਦਾ ਸੀ ਅਤੇ ਉਹਨਾਂ ਦਿਨਾਂ ਵਿੱਚ ਯਹੋਵਾ ਦੀ ਬਾਣੀ ਵੱਡੀ ਦੁਰਲਭ ਸੀ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ। ਇਸ ਦੇ ਵਿੱਚ ਲਿਖਿਆ ਉਹ ਮੁੰਡਾ ਸੈਮੂਅਲ ਏਲੀ ਦੇ ਸਾਹਮਣੇ ਯਹੋਵਾ ਦੀ ਟਹਿਲ ਕਰਦਾ ਸੀ। ਇਸ ਲਈ ਇਹ ਲਿਖਿਆ ਇੱਕ ਮੁੰਡਾ ਸੀ ਸੈਮੂਅਲ ਉਹਦਾ ਨਾਮ, ਇੱਕ ਮੁੰਡਾ ਸੈਮੂਅਲ ਉਹਦਾ ਨਾਮ। ਉਹ ਏਲੀ ਦੇ ਸਾਹਮਣੇ ਕੀ ਕਰਦਾ ਸੀ? ਯਹੋਵਾ ਪਰਮੇਸ਼ਰ ਦੇ ਭਵਨ ਦੇ ਵਿੱਚ ਸੇਵਾ ਟਹਿਲ ਕਰਦਾ ਹੁੰਦਾ ਸੀ, ਇੱਕ ਸੇਵਕ ਦੇ ਤੌਰ ਤੇ ਕੰਮ ਕਰਦਾ ਹੁੰਦਾ ਸੀ। ਇੱਕ ਛੋਟਾ ਮੁੰਡਾ ਸੈਮੂਅਲ, ਛੋਟਾ ਮੁੰਡਾ। ਫਿਰ ਕੀ ਲਿਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਯਹੋਵਾ ਦੀ ਬਾਣੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਪਰਮੇਸ਼ਰ ਦੇ ਵਚਨ ਦਾ ਨੌਲੇਜ ਬਹੁਤ ਘੱਟ ਲੋਕਾਂ ਨੂੰ ਸੀਗਾ। ਅਤੇ ਉਸ ਵੇਲੇ ਅਜਿਹਾ ਹੋਇਆ ਜਾਂ ਏਲੀ ਆਪਣੀ ਥਾਂ ਲੰਮਾ ਪਿਆ ਸੀ ਅਤੇ ਉਹਦੀਆਂ ਅੱਖਾਂ ਅਜਿਹੀਆਂ ਚੁੰਨੀਆਂ ਹੋਈਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ। ਅਤੇ ਪਰਮੇਸ਼ਰ ਦਾ ਦੀਵਾ ਜੋ ਯਹੋਵਾ ਦੀ ਹੈਕਲ ਵਿੱਚ ਜਿੱਥੇ ਪਰਮੇਸ਼ਰ ਦੀ ਸੰਦੂਕ ਸੀ ਅਜੇ ਨਹੀਂ ਬੁਝਿਆ ਸੀ ਅਤੇ ਸੈਮੂਅਲ ਲੰਮਾ ਪਿਆ ਹੋਇਆ ਸੀ। ਤਦ ਯਹੋਵਾ ਨੇ ਸੈਮੂਅਲ ਨੂੰ ਸੱਦਿਆ ਅਤੇ ਉਹਨੂੰ ਬੋਲਿਆ। ਕਿਹਨੇ ਸੱਦਿਆ? ਹੁਣ ਆਪਾਂ ਸੁਣ ਰਹੇ ਹਾਂ ਪਰਮੇਸ਼ਰ ਦੇ ਵਚਨ ਕਿ ਯਹੋਵਾ ਨੇ ਸੈਮੂਅਲ ਨੂੰ ਸੱਦਿਆ। ਕਦੋਂ ਸੱਦਿਆ? ਲਿਖਿਆ ਬਾਣੀ ਦੇ ਵਿੱਚ ਆਪਾਂ ਪੜਾਂਗੇ 3 ਤੋਂ। ਅਤੇ ਪਰਮੇਸ਼ਰ ਦਾ ਦੀਵਾ ਜੋ ਯਹੋਵਾ ਦੀ ਹੈਕਲ ਵਿੱਚ ਜਿੱਥੇ ਪਰਮੇਸ਼ਰ ਦੀ ਸੰਦੂਕ ਸੀ ਅਜੇ ਨਹੀਂ ਬੁਝਿਆ ਸੀ
ਅਤੇ ਸ਼ੈਮੂਅਲ ਲੰਮਾ ਪਿਆ ਹੋਇਆ ਸੀ। ਦੀਵਾ ਹਲੇ ਨਹੀਂ ਬੁੱਝਿਆ ਸੀ। ਪੁਰਾਣੇ ਸਮੇਂ ਦੇ ਵਿੱਚ ਲਾਈਟ, ਬਲਬ ਜੋ ਅੱਜ ਅਸੀਂ ਯੂਜ਼ ਕਰਦੇ LED ਬਲਬ, ਟਿਊਬਸ, ਇਹ ਉਸ ਵੇਲੇ ਨਹੀਂ ਸੀ। ਉਸ ਵੇਲੇ ਦੀਵੇ ਹੁੰਦੇ ਸੀ, ਦੀਵੇ, ਔਰ ਦੀਵਿਆਂ 'ਚ ਤੇਲ ਪਾ ਕੇ ਲੋਕ ਇੱਕ ਜਗ੍ਹਾ ਰੱਖ ਦਿੰਦੇ ਹੁੰਦੇ ਸੀ, ਔਰ ਦੀਵਿਆਂ 'ਚ ਤੇਲ ਜਿਹੜਾ ਹੁੰਦਾ ਸੀ ਉਹ ਇੰਨਾ ਕੁ ਪਾਇਆ ਹੁੰਦਾ ਸੀ, ਇਸ ਹਿਸਾਬ ਨਾਲ ਤੇਲ ਬਣਾਇਆ ਹੁੰਦਾ ਸੀ, ਤੇਲ ਪਾ ਕੇ ਉਹ ਦੀਵਾ, ਕਿ ਉਹ ਜਦ ਸੂਰਜ ਦੀ ਕਿਰਨੀ ਆਏ, ਮਤਲਬ ਤੜਕੇ 4 ਵਜੇ ਤਾਈਂ ਉਹ ਦੀਵਾ ਬੁਝਦਾ ਹੁੰਦਾ ਸੀ, 3-4 ਵਜੇ। ਔਰ ਪਰਮੇਸ਼ਰ ਦੇ ਵਚਨ 'ਚ ਆਪਾਂ ਕੀ ਪੜਿਆ ਕਿ ਪਹਿਲਾਂ ਪਰਮੇਸ਼ਰ ਕਦੋਂ ਗੱਲ ਕਰਦਾ? ਸਵੇਰੇ ਸਵੇਰੇ। ਇਹ ਲਿਖਿਆ ਕਿ ਹਲੇ ਉਹ ਦੀਵਾ ਬੁਝਣ ਵਾਲਾ ਸੀਗਾ ਤੇ ਸੈਮੂਅਲ ਸੁੱਤਾ ਪਿਆ ਸੀ, ਤੇ ਪਰਮੇਸ਼ਰ ਨੇ ਉਹਨੂੰ ਕੀ ਕੀਤਾ? ਬੁਲਾਇਆ। ਅਤੇ ਪਰਮੇਸ਼ਰ ਦਾ ਦੀਵਾ ਜੋ ਯਹੋਵਾ ਦੀ ਹੈਕਲ ਵਿੱਚ, ਜਿੱਥੇ ਪਰਮੇਸ਼ਰ ਦੀ ਸੰਦੂਕ ਸੀ, ਹਜੇ ਨਹੀਂ ਬੁਝਿਆ ਸੀ ਅਤੇ ਸੈਮੂਅਲ ਲੰਮਾ ਪਿਆ ਹੋਇਆ ਸੀ। ਤਦ ਯਹੋਵਾ ਨੇ ਸੈਮੂਅਲ ਨੂੰ ਸੱਦਿਆ ਅਤੇ ਉਹਨੂੰ ਬੋਲਿਆ। ਯਹੋਵਾ ਨੇ ਸੈਮੂਅਲ ਨੂੰ ਸੱਦਿਆ ਤੇ ਉਹਨੂੰ ਬੋਲਿਆ, ਉਹਨੂੰ ਬੁਲਾਇਆ, ਮੈਂ ਹਾਜ਼ਰ ਹਾਂ। ਕਿਹਨੇ ਕਿਹਾ? ਸੈਮੂਅਲ ਨੇ ਕਿਹਾ, ਮੈਂ ਹਾਜ਼ਰ ਹਾਂ। ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੈਂ ਜੋ ਮੈਨੂੰ ਸੱਦਿਆ ਸੋ ਮੈਂ ਹਾਜ਼ਰ ਹਾਂ। ਬੁਲਾਇਆ ਇਹਨੂੰ ਯਹੋਵਾ ਪਰਮੇਸ਼ਰ ਨੇ, ਔਰ ਭੱਜ ਕੇ ਕਿਹਦੇ ਕੋਲ ਗਿਆ? ਏਲੀ ਕੋਲ। ਏਲੀ ਕੋਲ ਭੱਜ ਕੇ ਗਿਆ, ਦੌੜਦਾ ਗਿਆ, ਕਹਿੰਦਾ, ਹਾਂਜੀ ਤੁਸੀਂ ਮੈਨੂੰ ਬੁਲਾਇਆ? ਬੁਲਾਇਆ ਕਿਨੇ? ਯਹੋਵਾ ਪਰਮੇਸ਼ਰ ਨੇ। ਪਰਮੇਸ਼ਰ ਸੈਮੂਅਲ ਨਾਲ ਗੱਲ ਕਰਨ ਲੱਗਾ ਆ, ਪਰ ਉਹਨੇ ਸੁਣੀ ਜ਼ਰੂਰ ਆਵਾਜ਼, ਪਰ ਭੱਜ ਕੇ ਕਿਹਦੇ ਕੋਲ ਗਿਆ? ਏਲੀ ਕੋਲ ਗਿਆ। ਕਹਿੰਦਾ ਹਾਜ਼ਰ ਆ, ਮੈਂ ਆਉਣ ਲੱਗਾ, ਔਰ ਜਾ ਕੇ ਏਲੀ ਨੂੰ ਦਬਾ ਕਿਹਾ, ਤੂੰ ਮੈਨੂੰ ਬੁਲਾਇਆ? ਪਰ ਉਹ ਬੋਲਿਆ, ਮੈਂ ਤਾਂ ਨਹੀਂ ਸੱਦਿਆ। ਏਲੀ ਨੇ ਕਿਹਾ, ਮੈਂ ਤੈਨੂੰ ਨਹੀਂ ਸੱਦਿਆ, ਫਿਰ ਲੰਮਾ ਪੈ। ਸੋ ਉਹ ਜਾ ਕੇ ਲੰਮਾ ਪਿਆ। ਯਹੋਵਾ ਨੇ ਸੈਮੂਅਲ ਨੂੰ ਫਿਰ ਸੱਦਿਆ ਅਤੇ ਸੈਮੂਅਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ। ਯਹੋਵਾ ਨੇ ਲਿਖਿਆ ਦੂਜੀ ਵਾਰ ਹੁਣ ਫਿਰ ਸੱਦਿਆ ਤੇ ਉਹ ਉੱਠ ਕੇ ਦਵਾ ਫਿਰ ਗਿਆ। ਕਿਹਦੇ ਕੋਲ? ਏਲੀ ਕੋਲ। ਫਿਰ ਜਾ ਕੇ ਕਹਿੰਦਾ, ਹਾਂਜੀ ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ। ਉਸਨੇ ਆਖਿਆ, ਇਹ ਮੇਰੇ ਪੁੱਤਰ, ਮੈਂ ਤਾਂ ਨਹੀਂ ਸੱਦਿਆ। ਫਿਰ ਏਲੀ ਨੇ ਕਿਹਾ, ਮੈਂ ਤੈਨੂੰ ਨਹੀਂ ਸੱਦਿਆ। ਪਰ ਉਹ ਸੈਮੂਅਲ ਨੇ ਅਤੇ ਯਹੋਵਾ ਨੂੰ ਨਹੀਂ ਸਿਆਤਾ ਸੀ। ਹਲੇ ਬਾਣੀ ਦੇ ਵਿੱਚ ਲਿਖਿਆ, ਸੈਮੂਅਲ ਨੇ ਪਰਮੇਸ਼ਰ ਨੂੰ ਜਾਣਿਆ ਨਹੀਂ ਸੀਗਾ। ਯਹੋਵਾ ਪਰਮੇਸ਼ਰ ਨੂੰ ਹਲੇ ਸੈਮੂਅਲ ਨੇ ਜਾਣਿਆ ਨਹੀਂ ਸੀ, ਕਿਉਂਕਿ ਉਸ ਵੇਲੇ ਇਹ ਦਰਸ਼ਨ ਨਹੀਂ ਸੀ ਜੋ ਅੱਜ ਅਸੀਂ ਸਿੱਖ ਰਹੇ ਹਾਂ ਪਰਮੇਸ਼ਰ ਦੇ ਬੱਚੇ ਜੀ। ਜੋ ਅੱਜ ਤੁਹਾਨੂੰ ਬਹੁਤ ਸਾਰੇ ਸੇਵਕ, ਬਹੁਤ ਸਾਰੇ ਖੁਦਾ ਦੇ ਦਾਸ, ਬਹੁਤ ਸਾਰੇ ਖੁਦਾ ਦੇ ਲੋਕ ਅੱਜ ਤੁਹਾਨੂੰ ਸਿਖਾਉਂਦੇ ਆ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ। ਅੱਜ ਪਰਮੇਸ਼ਰ ਦਾ ਵਚਨ ਤੁਹਾਨੂੰ ਤੋਬਾ ਬਾਰੇ ਕੀ ਕਹਿੰਦਾ। ਅੱਜ ਪਰਮੇਸ਼ਰ ਦਾ ਵਚਨ ਤੁਹਾਨੂੰ ਮਾਫੀ ਬਾਰੇ ਕੀ ਕਹਿੰਦਾ। ਅੱਜ ਪਰਮੇਸ਼ਰ ਦਾ ਵਚਨ ਤੁਹਾਡੇ ਗੁੱਸੇ ਬਾਰੇ ਕੀ ਕਹਿੰਦਾ। ਅੱਜ ਪਰਮੇਸ਼ਰ ਦਾ ਵਚਨ ਤੁਹਾਨੂੰ ਕੀ ਕਹਿੰਦਾ। ਜਿਸ ਤਰ੍ਹਾਂ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ। ਉਦੋਂ ਇਹ ਗੱਲਾਂ ਹਲੇ ਨਹੀਂ ਸੀਆਂ। ਹਲੇ ਪਰਮੇਸ਼ਰ ਦਾ ਵਚਨ ਜ਼ਿਆਦਾ ਫੈਲਿਆ ਨਹੀਂ ਸੀਗਾ, ਔਰ ਜ਼ਿਆਦਾ ਕਿਸੇ ਨੂੰ ਜ਼ਿਆਦਾ ਗਿਆਨ ਨਹੀਂ ਸੀ ਵਚਨ ਦਾ। ਇਸ ਤਰ੍ਹਾਂ ਸੈਮੂਅਲ ਨੂੰ ਹਲੇ ਪਤਾ ਹੀ ਨਹੀਂ ਸੀ ਕਿ ਪਰਮੇਸ਼ਰ ਗੱਲ ਕਰਦਾ ਆ। ਇਸ ਲਈ ਉਹ ਬਾਰ-ਬਾਰ ਉੱਠ ਕੇ ਬੁਲਾਉਂਦਾ ਕੋਈ ਯਹੋਵਾ ਪਰਮੇਸ਼ਰ ਸੀ। ਉਹ ਪਰ ਬਾਰ-ਬਾਰ ਉੱਠ ਕੇ ਜਾ ਕੇ ਕਿਹਦੇ ਕੋਲ ਜਾਂਦਾ ਸੀ? ਏਲੀ ਕੋਲ ਜਾਂਦਾ ਸੀ। ਏਲੀ ਕੋਲ ਜਾ ਕੇ ਕਹਿੰਦਾ ਸੀ, ਤੂੰ ਮੈਨੂੰ ਬੁਲਾਇਆ? ਔਰ ਏਲੀ ਕਹਿੰਦਾ, ਨਹੀਂ ਬੁਲਾਇਆ। ਤੇ ਫਿਰ ਜਾ ਕੇ ਕਹਿੰਦਾ, ਮੈਂ ਹਾਜ਼ਰ ਹੋਇਆ, ਤੈਂ ਜੋ ਮੈਨੂੰ ਸੱਦਿਆ। ਤਦ ਏਲੀ ਨੇ ਸੈਮੂਅਲ ਨੂੰ ਆਖਿਆ, ਜਾ ਲੰਮਾ ਪੈ ਰਹੀ ਅਤੇ ਅਜਿਹਾ ਹੋਇਆ ਭਾਈ ਜਾ ਉਹ ਤੈਨੂੰ ਸੱਦੇ ਤਾਂ ਤੂੰ ਆਖੀ, ਇਹ ਯਹੋਵਾ ਫਰਮਾ, ਤੇਰਾ ਦਾਸ ਸੁਣਦਾ ਹੈ। ਹੁਣ ਐਲੀ ਸਮਝ ਚੁੱਕਾ ਸੀਗਾ ਕਿ ਇਹਨੂੰ ਕੌਣ ਬੁਲਾ ਰਿਹਾ, ਕਿਉਂਕਿ ਐਲੀ ਖੁਦਾ ਦਾ ਸੇਵਕ ਸੀ, ਖੁਦਾ ਦੀ ਆਵਾਜ਼ ਨੂੰ ਸਮਝਦਾ ਸੀ, ਖੁਦਾ ਦੇ ਗਿਆਨ ਨੂੰ ਸਮਝਦਾ ਸੀ। ਹੁਣ ਐਲੀ ਸਮਝ ਚੁੱਕਾ ਸੀਗਾ ਕਿ ਇਹਨੂੰ ਕੌਣ ਬੁਲਾ ਰਿਹਾ। ਹੁਣ ਉਹਨੇ ਕੀ ਕਿਹਾ ਕਿ ਹੁਣ ਤੂੰ ਜਾ ਕੇ ਲੰਮਾ ਪੈ ਜਾ, ਪਰ ਜਦ ਤੈਨੂੰ ਹੁਣ ਆਵਾਜ਼ ਆਏ ਤਾਂ ਤੂੰ ਕੀ ਕਹੀਂ? ਤੇਰਾ ਦਾਸ ਸੁਣਦਾ ਪਿਆ। ਕੌਣ ਸੁਣਦਾ ਪਿਆ? ਤੇਰਾ ਦਾਸ। ਬਾਣੀ ਚ ਆਪਾਂ ਸ਼ੁਰੂਆਤ ਚ ਕੀ ਪੜਿਆ? ਉਹ ਮੁੰਡਾ ਸੈਮੂਅਲ, ਹਲੇ ਉਹ ਮੁੰਡਾ ਸੀ। ਹੁਣ ਉਹਨੂੰ ਇੱਕ ਦਾਸ ਦਾ ਹੁਕਮ ਦੇ ਦਿੱਤਾ ਗਿਆ, ਕਿਉਂਕਿ ਜਿੰਨਾ ਪਰਮੇਸ਼ਰ ਗੱਲ ਕਰਦਾ ਉਹ ਛੋਟਾ ਇਨਸਾਨ ਨਹੀਂ ਆ। ਪਰਮੇਸ਼ਰ ਹਰ ਇੱਕ ਨਾਲ ਗੱਲ ਨਹੀਂ ਕਰਦਾ। ਉਹ ਪਰਮੇਸ਼ਰ ਦਾ ਚੁਣਿਆ ਹੋਇਆ ਹੋਏਗਾ, ਉਹ ਪਰਮੇਸ਼ਰ ਦਾ ਦਾਸ ਹੋਏਗਾ ਜਿੰਨਾ ਪਰਮੇਸ਼ਰ ਗੱਲ ਕਰੇ। ਪਰਮੇਸ਼ਰ ਦਾ ਦਾਸ, ਇਹਨੂੰ ਹੁਕਮ ਮਿਲ ਗਿਆ, ਤੂੰ ਕੌਣ ਆ? ਹੁਣ ਤੂੰ ਕਹਿੰਦਾ ਜਦ ਤੈਨੂੰ ਆਵਾਜ਼ ਪਵੇ ਤੂੰ ਕੀ ਕਹੀਂ? ਮੈਂ ਕੌਣ ਆ? ਮੈਂ ਤੇਰਾ ਦਾਸ ਸੁਣਦਾ ਹਾਂ। ਸ਼ੁਰੂ ਚ ਆਪਾਂ ਪੜ੍ਹੇ ਉਹ ਮੁੰਡਾ, ਉਹਨੂੰ ਸਿਰਫ ਇੱਕ ਮੁੰਡੇ ਦਾ ਟੈਗ ਮਿਲਿਆ ਸੀ, ਪਰ ਹੁਣ ਕੀ ਮਿਲਿਆ ਉਹਨੂੰ? ਤੇਰਾ ਦਾਸ ਸੁਣਦਾ ਹੈ। ਸੋ ਸੈਮੂਅਲ ਆਪਣੀ ਥਾਂ ਜਾ ਲੰਮਾ ਪਿਆ। ਤਦ ਯਹੋਵਾ ਨੇ
ਤਾਂ ਯਹੋਵਾ ਆ ਖਲੋਤਾ ਅਤੇ ਅੱਗੇ ਵਾਂਗੂ ਸੱਦਿਆ, ਸੈਮੂਅਲ ਸੈਮੂਅਲ। ਤਦ ਸੈਮੂਅਲ ਬੋਲਿਆ, ਫਰਮਾ ਕਿਉਂ ਜੋ ਤੇਰਾ ਦਾਸ ਸੁਣਦਾ ਹੈ। ਪਰਮੇਸ਼ਰ ਨੇ ਕਿੰਨੀ ਵਾਰੀ ਸੈਮੂਅਲ ਨੂੰ ਸੱਦਿਆ? ਕਿੰਨੀ ਵਾਰੀ ਸੱਦਿਆ? ਆਪਾਂ ਪੜਿਆ ਬਹੁਤ ਸਾਰੇ ਲੋਕ ਇਹ ਚ ਕਹਿੰਦੇ 3 ਵਾਰ। 3 ਵਾਰ ਤਾਂ ਪਰਮੇਸ਼ਰ ਨੇ ਪਹਿਲਾਂ ਸੱਦਿਆ ਔਰ ਫਿਰ ਉਹਨੇ ਜਵਾਬ ਨਹੀਂ ਦਿੱਤਾ, ਪਰ ਹੁਣ 4ਥੀ ਵਾਰੀ ਪਰਮੇਸ਼ਰ ਨੇ ਉਹਨੂੰ ਸੱਦਿਆ ਤੇ ਉਹਨੇ ਜਵਾਬ ਦਿੱਤਾ, ਹਾਂ ਤੇਰਾ ਦਾਸ ਸੁਣਦਾ ਪਿਆ। ਤੇਰਾ ਦਾਸ ਕੌਣ ਆ? ਸੁਣਦਾ ਪਿਆ। ਤਾਂ ਯਹੋਵਾ ਨੇ ਸੈਮੂਅਲ ਨੂੰ ਆਖਿਆ, ਵੇਖ, ਇਜ਼ਰਾਈਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਦੇ ਸੁਣਨ ਵਾਲਿਆਂ ਦੇ ਦੋਹਾਂ ਕੰਨਾਂ ਸਾਂ ਕਰਨਗੇ। ਕਹਿੰਦੇ, ਦੇਖ, ਮੈਂ ਯਹੋਵਾ ਇਜ਼ਰਾਈਲ ਦੇ ਵਿੱਚ ਅਜਿਹਾ ਕੰਮ ਕਰਾਂਗਾ ਤੇਰੇ ਜ਼ਰੀਏ ਕਿ ਸੁਣਨ ਵਾਲਿਆਂ ਦੇ ਦੋਹੇ ਕੰਮ ਸਾਂ ਕਰਨਗੇ। ਸੋ ਪਰਮੇਸ਼ਰ ਦਾ ਵਚਨ ਦੇ ਵਿੱਚ ਅਸੀਂ ਕੀ ਸਿੱਖਦੇ ਕਿ ਸੈਮੂਅਲ ਦੇ ਕਿਹਨੇ ਕੰਨ ਖੋਲੇ? ਪਰਮੇਸ਼ਰ ਨੇ, ਯਹੋਵਾ ਨੇ ਕੰਨ ਖੋਲੇ ਉਹਦੇ। ਔਰ ਜਦੋਂ ਸੌਣ ਲੱਗਾ ਸੀ, ਜਦੋਂ ਦਾ ਸੌਣ ਦਾ ਟਾਈਮ ਹੋ ਚੁੱਕਾ ਸੀ, ਉਹ ਜਾ ਕੇ ਬਿਸਤਰੇ ਤੇ ਸੌਂਦਾ ਹੀ ਸੀ ਤੇ ਪਰਮੇਸ਼ਰ ਉਹਨਾਂ ਨਾਲ ਗੱਲ ਕਰਦਾ ਸੀ, ਪਰ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਉਹ ਕੌਣ ਗੱਲ ਕਰ ਰਿਹਾ ਉਹਨਾਂ। ਉਹਨੂੰ ਪਤਾ ਨਹੀਂ ਚੱਲ ਰਿਹਾ ਸੀ ਉਹ ਕੌਣ ਉਹਨਾਂ ਬੋਲ ਰਿਹਾ, ਉਹਨੂੰ ਪਤਾ ਨਹੀਂ ਚੱਲ ਰਿਹਾ ਸੀ ਕੌਣ ਆ। ਇਬਰਾਹਿਮ ਨਿਸ਼ਚੈ ਚ ਵੱਡਾ, ਸਭ ਤੋਂ ਜ਼ਿਆਦਾ ਨਿਸ਼ਚੈ ਚ ਵੱਡਾ ਮੰਨਿਆ ਗਿਆ ਬਾਣੀ ਦੇ ਵਿੱਚ। ਕਿਉਂ ਮੰਨਿਆ ਗਿਆ ਇਬਰਾਹਿਮ ਨੂੰ ਨਿਸ਼ਚੈ ਚ ਵੱਡਾ? ਕਿਉਂ? ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਸ ਲਈ ਕਿ ਉਸਨੇ ਆਪਣੇ ਬਿਨਾਂ ਸੋਚੇ ਆਪਣੇ ਪੁੱਤਰ ਦੀ ਜਾਨ ਦੇਣ ਲਈ ਤਿਆਰ ਹੋ ਗਿਆ। ਪਰ ਨਹੀਂ, ਇਹ ਵੀ ਵਿਸ਼ਵਾਸ ਉਹਦਾ ਵੱਡਾ ਮੈਂ ਮੰਨਦਾ, ਪਰ ਅਸਲ ਵਿਸ਼ਵਾਸ ਉਹਦਾ ਇਹ ਸੀਗਾ ਕਿ ਉਹ ਪਹਿਲਾ ਇਨਸਾਨ ਸੀ ਜਿਹਨੇ ਆਵਾਜ਼ ਨੂੰ ਸੁਣਿਆ ਔਰ ਮੰਨ ਲਿਆ ਇਹ ਆਵਾਜ਼ ਖੁਦਾ ਦੀ ਹੈ, ਇਹ ਆਵਾਜ਼ ਯਹੋਵਾ ਪਰਮੇਸ਼ਰ ਦੀ ਹੈ। ਇਹ ਉਹਦਾ ਵਿਸ਼ਵਾਸ ਸੀ, ਇਹ ਉਹਦਾ ਵੱਡਾ ਵਿਸ਼ਵਾਸ ਸੀਗਾ ਕਿ ਉਸ ਸ਼ਖਸ ਨੇ ਆਵਾਜ਼ ਨੂੰ ਸੁਣਿਆ। ਫਸਟ ਇਨਸਾਨ ਜਿਹਨੇ ਆਵਾਜ਼ ਨੂੰ ਸੁਣਿਆ ਔਰ ਮੰਨ ਲਿਆ ਇਹ ਆਵਾਜ਼ ਕਿਹਦੀ ਹੈ? ਯਹੋਵਾ ਪਰਮੇਸ਼ਰ ਦੀ, ਖੁਦਾ ਦੀ ਆਵਾਜ਼ ਹੈ। ਇਸੇ ਤਰ੍ਹਾਂ ਸੈਮੂਅਲ ਬੱਚਾ ਸੀਗਾ, ਇਹਨਾਂ ਵੀ ਪਰਮੇਸ਼ਰ ਗੱਲ ਕਰਦਾ ਸੀ, ਇਹਨੂੰ ਵੀ ਪਰਮੇਸ਼ਰ ਨੇ ਆਵਾਜ਼ ਦਿੱਤੀ, ਪਰ ਇਹ ਸਮਝ ਨਹੀਂ ਸਕਿਆ। ਪਰ ਜਦੋਂ ਏਲੀ ਨੇ ਸਮਝਾਇਆ ਫਿਰ ਉਹ ਸਮਝਿਆ। ਔਰ ਤੁਸੀਂ ਅੱਗੇ ਜਦ ਸੈਮੂਅਲ ਦੀ ਕਿਤਾਬਾਂ ਅੱਗੇ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਸੈਮੂਅਲ ਨੇ ਕਿੰਨੇ ਵੱਡੇ ਵੱਡੇ ਕੰਮ ਕੀਤੇ ਖੁਦਾ ਦੇ। ਪਰਮੇਸ਼ਰ ਦੇ ਉਹਨੇ ਕੰਨਾਂ ਨੂੰ ਖੋਲ ਦਿੱਤਾ, ਪਰਮੇਸ਼ਰ ਨੇ ਉਹਦੇ ਕੰਨਾਂ ਨੂੰ ਖੋਲ ਕੇ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ, ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ। ਕਿਉਂਕਿ ਉਹ ਪਰਮੇਸ਼ਰ ਦੇ ਭਵਨ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਸੀਗਾ। ਪਰਮੇਸ਼ਰ ਦੇ ਅੱਖਾਂ ਦੇ ਸਾਹਮਣੇ ਉਹ ਇੱਕ ਅੱਛਾ ਇਨਸਾਨ ਸੀ। ਇਸ ਲਈ ਪਰਮੇਸ਼ਰ ਨੇ ਉਹਨਾਂ ਨਾਲ ਗੱਲ ਕੀਤੀ ਔਰ ਉਹਨੂੰ ਆਪਣਾ ਦਾਸ ਬਣਾਇਆ ਔਰ ਆਪਣੇ ਕੰਮਾਂ ਲਈ ਚੁਣ ਲਿਆ। ਅਗਰ ਤੁਸੀਂ ਚਾਹੁੰਦੇ ਹੋ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ, ਅਗਰ ਤੁਸੀਂ ਚਾਹੁੰਦੇ ਹੋ ਪਰਮੇਸ਼ਰ ਤੁਹਾਡੇ ਨਾਲ ਬੋਲੇ, ਅਗਰ ਤੁਸੀਂ ਚਾਹੁੰਦੇ ਹੋ ਪਰਮੇਸ਼ਰ ਤੁਹਾਡੇ ਕੰਨਾਂ ਨੂੰ ਖੋਲੇ ਕਿ ਆਪਣੀ ਪੁਰਾਣੀ ਲਾਈਫ ਤੋਂ ਮੁੜੀਏ, ਕਿਉਂਕਿ ਬਹੁਤ ਸਾਰੇ ਲੋਕ ਆ ਜੋ 1-1, 2-2 ਵਜੇ ਤਾਈਂ ਰਾਤ ਦੇ ਫੋਨ ਯੂਜ਼ ਕਰਦੇ, 2-2 ਵਜੇ ਤੱਕ ਫੋਨ ਯੂਜ਼ ਕਰਦੇ ਆ ਔਰ ਸਵੇਰ ਦੇ ਟਾਈਮ ਜਦ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਉਸ ਵੇਲੇ ਤੁਸੀਂ ਗੂੜੀ ਨੀਂਦ ਸੁਣਦੇ। 2-2, 3-3 ਵਜੇ ਤਾਈਂ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ, ਮੈਂ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਜਾਣਦਾ, ਮੈਂ ਬਹੁਤ ਸਾਰੇ ਆਪਣੇ ਮਸੀਹ ਲੋਕਾਂ ਨੂੰ ਜਾਣਦਾ ਜੋ ਰਾਤ 3-3, 4-4 ਵਜੇ ਤਾਈਂ ਆਨਲਾਈਨ ਰਹਿੰਦੇ। ਲੇਕਿਨ ਪਰਮੇਸ਼ਰ ਨਾਲ ਗੱਲ ਕਰਨ ਦਾ ਉਹਨਾਂ ਤੋਂ ਸਮਾਂ ਨਹੀਂ ਹੈ, ਕਿਉਂਕਿ ਪਰਮੇਸ਼ਰ, ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਜੀਵਨ ਤੋਂ ਮੁੜੋ, ਆਪਣੀਆਂ ਗੱਲਾਂ ਤੋਂ ਮੁੜੋ। ਜੋ ਸਮਾਂ ਪਰਮੇਸ਼ਰ ਦਾ ਪਰਮੇਸ਼ਰ ਨੂੰ ਦਿਓ। ਪਰਮੇਸ਼ਰ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦਾ, ਉਹ ਮੋਬਾਈਲ ਫੋਨ ਨੂੰ ਛੱਡੋ, ਉਹੀ ਸਮਾਂ ਪਰਮੇਸ਼ਰ ਨਾਲ ਬਿਤਾਓ, ਕਿਉਂਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਪਰਮੇਸ਼ਰ ਆਪਣੇ ਲੋਕਾਂ ਨਾਲ ਗੱਲ ਕਰਦਾ ਹੈ। ਸੁਪਨਿਆਂ ਦੇ ਜ਼ਰੀਏ ਵੀ ਗੱਲ ਕਰਦਾ ਪਰਮੇਸ਼ਰ, ਦਰਸ਼ਨ ਦੇ ਜ਼ਰੀਏ ਵੀ ਗੱਲ ਕਰਦਾ ਪਰਮੇਸ਼ਰ। ਪਰ ਪਰਮੇਸ਼ਰ ਦੇ ਵਚਨ 'ਚ ਆਪਾਂ ਸਿੱਖਦੇ ਹਾਂ ਕਿ ਪਰਮੇਸ਼ਰ ਕੰਨਾਂ ਨੂੰ ਖੋਲਦਾ ਹੈ, ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਪਰਮੇਸ਼ਰ ਦੀ ਆਵਾਜ਼ ਨੂੰ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ, ਪਰਮੇਸ਼ਰ ਦੇ ਕਲਾਮ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਪਰਮੇਸ਼ਰ ਦੀਆਂ ਗੱਲਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਤੇ ਆਪਣੇ ਜੀਵਨ 'ਚ ਪਰਮੇਸ਼ਰ ਨੂੰ ਲੈ ਆਈਏ, ਪ੍ਰਾਰਥਨਾ ਕਰੀਏ ਜ਼ਿਆਦਾ।
वचन पढ़िए ज़्यादा तो ज़्यादा, परमेश्वर नाल समा बिताइए ज़्यादा तो ज़्यादा, और परमेश्वर तो मंगीए कि परमेश्वर तू साडे नाल गल कर। जो तुसीं इस तरह करोगे परमेश्वर तुहाडे नाल गल करेगा, परमेश्वर तुहाडे नाल बोलेगा, परमेश्वर तुहाडे नाल तुहाडे कन्नां नूं भी खोल देगा। और परमेश्वर कन्नां नूं खोलदा है, परमेश्वर दे वचन दे विच आपां सिੱਖਦੇ ने कि परमेश्वर तुहाडे नाल गल करना चाहुंदा है, पर गल करने लई सानू कुछ करना पड़ेगा, क्योंकि परमेश्वर हर एक नाल गल नहीं करेगा। परमेश्वर ਉਹਦੇ ਨਾਲ ਗੱਲ ਕਰੇਗਾ ਜੋ ਪਰਮੇਸ਼ਰ ਨੂੰ ਪਿਆਰ ਨਾਲ ਪਰਮੇਸ਼ਰ ਨੂੰ ਲੱਭਦੇ ਪਏ ਆ, ਜੋ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਪਏ ਆ, ਪਰਮੇਸ਼ਰ ਉਹਦੇ ਨਾਲ ਗੱਲ ਕਰੇਗਾ। ਕਿਉਂਕਿ ਪਰਮੇਸ਼ਰ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਿਆ ਕਿ ਸਾਡਾ ਪਰਮੇਸ਼ਰ ਕੌਣ ਹੈ? ਜਿਉਂਦਾ ਪਰਮੇਸ਼ਰ। ਔਰ ਅਸੀਂ ਬਾਣੀ ਦੇ ਵਿੱਚ ਪੜ੍ਹਿਆ ਕਿ ਜੋ ਤੁਸੀਂ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ, ਜੋ ਤੁਸੀਂ ਸੋ ਪਰਮੇਸ਼ਰ ਦੇ ਵਚਨ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਕਿ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਏਗਾ, ਢੂੰਢੋ ਤੇ ਤੁਹਾਨੂੰ ਲੱਭ ਜਾਏਗਾ। ਇਸੇ ਤਰ੍ਹਾਂ ਅੱਜ ਮੈਂ ਪਰਮੇਸ਼ਰ ਦੇ ਵਚਨ 'ਚ ਤੁਹਾਨੂੰ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਸੱਚ ਹੈ, ਜਾਂ ਤੁਸੀਂ ਪਰਮੇਸ਼ਰ ਨੂੰ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਏਗਾ। ਇਸੇ ਤਰ੍ਹਾਂ ਅੱਜ ਮੈਂ ਪਰਮੇਸ਼ਰ ਦੇ ਵਚਨ 'ਚ ਤੁਹਾਨੂੰ ਕਹਿਣਾ ਚਾਹੁੰਦਾ, ਅਗਰ ਤੁਸੀਂ ਪਰਮੇਸ਼ਰ ਨਾਲ ਗੱਲ ਕਰਨਾ ਚਾਹੋ ਤੇ ਪਰਮੇਸ਼ਰ ਤੁਹਾਡੇ ਨਾਲ ਵੀ ਗੱਲ ਕਰੇਗਾ। और गल करन दा तरीका मैं तुहानूं अज दस रहा परमेश्वर दा कि परमेश्वर तुहाडे कन्नां नूं खोल देगा। अगर तुसीं परमेश्वर नाल गल करना चाहुंदे हो, समा उही आ कि तुसीं रात दे समय हो सके तुसीं ज़्यादा तो ज़्यादा टाइम परमेश्वर दे नाल बिताओ। अगर तुसीं दिने जॉब च बिजी हैं, काम च बिजी हैं, अपनी फैमिली च बिजी हैं, अपने बच्चों च बिजी हैं, पर रात का समा तुहानूं कोई भी परेशान नहीं करता। रात नूं परमेश्वर नाल समा बिताओ, रात नूं परमेश्वर नाल गल करन दी चाह करो। ते बाणी दे विच लिखिआ परमेश्वर तुहाडे कन्नां नूं खोलदा है। सैमुअल दे कन्नां नूं परमेश्वर ने खोलिआ। अज असीं सबूत दे नाल बाणी दे विच सिੱਖਿਆ कि परमेश्वर ने सैमुअल दे कन्नां नूं खोलिआ ते परमेश्वर ने उहदे नाल गल कीती और उहनूं इस्तेमाल कीता। इस तरह परमेश्वर तुहानूं भी इस्तेमाल करेगा और परमेश्वर तुहाडे भी कन्नां नूं खोलेगा और परमेश्वर तुहाडे नाल आउण वाले समय दीयां गल्लां भी करेगा। लेकिन फर्स्ट तुसीं की करना? परमेश्वर नूं अपना जीवन देना, परमेश्वर नूं अपना टाइम देना। जो तुसीं टाइम दोगे परमेश्वर नूं, परमेश्वर जरूर तुहाडे नाल गल करेगा। परमेश्वर जरूर तुहाडे नाल समा बिताउणा पसंद करदा है। मैं एक एग्जाम्पल दसदा कि एक इंसान नूं डॉक्टर बनने लई वो डॉक्टर दी सारियां किताबां पढ़ने पैंदियां कि वो डॉक्टर 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 कहना डॉक्टर बन जाएगा, नहीं बनेगा। एक पुलिस ऑफिसर दा बेटा पुलिस ऑफिसर बन जाएगा, नहीं, लेकिन उन्होंने वो मेहनत करनी पड़ेगी। हाँ, असीं अज कहने कि असीं परमेश्वर दे बेटे और बेटियां, पर तुसीं चाहुंदे आ कि परमेश्वर तुहानूं तुसीं परमेश्वर दे अपने पिता वांग बनो, परमेश्वर वर्गे बनो, ते पहलां तुहानूं की करनी पेगी? मेहनत करनी पेगी। परमेश्वर दे कोल आउणा पऊगा, प्रार्थना करना पऊगा, जीवन देना पऊगा परमेश्वर। जो तुसीं परमेश्वर नूं जीवन दोगे परमेश्वर तुहानूं आशीषित करूगा, परमेश्वर तुहानूं ब्लैस करेगा। और बाणी दे विच लिखिआ परमेश्वर जाणदा कि ਉਹਨੂੰ ਉਹਦੇ ਬੱਚਿਆਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਪਰਮੇਸ਼ਰ ਜਾਣਦਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਪਰਮੇਸ਼ਰ ਜਾਣਦਾ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਪਰ ਤੁਸੀਂ ਪਰਮੇਸ਼ਰ ਲਈ ਕੀ ਕਰਦੇ ਹੋ? ਜਿਸ ਤਰ੍ਹਾਂ ਇੱਕ ਸ਼ਖਸ ਨੇ ਕਿਹਾ ਪਿਛਲੇ ਥੋੜੇ ਸਮੇਂ 'ਚ ਕਿ ਇੱਕ ਸੇਵਕ ਆ, ਉਹ ਏਡੀ ਏਡੀ ਵੱਡੀ ਪ੍ਰੋਫੈਸੀ ਕਰਦੇ ਆ, ਏਡੇ ਏਡੇ ਵੱਡੇ ਕੰਮ ਕਰਦੇ ਆ ਕਿ ਉਹਨਾਂ ਨੂੰ ਮੇਰਾ ਦੁੱਖ ਨਹੀਂ ਦਿਖਦਾ। ਪਰਮੇਸ਼ਰ ਉਹਨਾਂ ਨੂੰ ਮੇਰਾ ਦੁੱਖ ਨਹੀਂ ਦਿਖਾਉਂਦੇ। ਪਰਮੇਸ਼ਰ ਉਹਨਾਂ ਨੂੰ ਮੇਰਾ ਮੈਂ ਕਿੰਨਾ ਪਰੇਸ਼ਾਨ ਹੈ ਇਹ ਨਹੀਂ ਦਿਖਾਉਂਦੇ। ਉਹ ਹੋਰਾਂ ਦੀਆਂ ਪ੍ਰੋਫੈਸੀ ਕਰਦੇ ਆ, ਉਹ ਹੋਰਾਂ ਦੀ ਗੱਲ ਕਰਦੇ ਆ। ਔਰ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦੇਣਾ ਚਾਹੁੰਦਾ ਸੀਗਾ ਔਰ ਮੈਂ ਦਿੱਤਾ ਉਹਨਾਂ ਨੂੰ ਕਿ ਤੁਸੀਂ ਕੀ ਕਰਦੇ ਪਏ ਪਰਮੇਸ਼ਰ ਲਈ? ਜੋ ਤੁਸੀਂ ਚਾਹੁੰਦੇ ਪਰਮੇਸ਼ਰ
ਉਹਨਾਂ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰੇ। ਤੁਸੀਂ ਪਰਮੇਸ਼ਰ ਲਈ ਕੀ ਕਰਦੇ ਨੇ? ਬਹੁਤ ਸਾਰੇ ਵਿਸ਼ਵਾਸੀਆਂ ਨੂੰ ਅਜੇ ਇਸ ਚੀਜ਼ ਦੀ ਪਰਮੇਸ਼ਰ ਸਾਨੂੰ ਕਿਉਂ ਨਹੀਂ ਦੇਖਦਾ, ਅਸੀਂ ਵੀ ਦੁੱਖ 'ਚ ਹਾਂ, ਪਰਮੇਸ਼ਰ ਸਾਨੂੰ ਕਿਉਂ ਨਹੀਂ ਸੁਣਦਾ, ਅਸੀਂ ਵੀ ਪਰੇਸ਼ਾਨੀ ਨੇ। ਪਰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਕੀ ਸਪੈਸ਼ਲ ਕਰਦੇ ਪਏ ਪਰਮੇਸ਼ਰ ਲਈ? ਆਪਣੇ ਦੁੱਖਾਂ ਲਈ ਪਰਮੇਸ਼ਰ ਨੂੰ ਤਾਨਾ ਦੇ ਰਹੇ ਹੋ? ਆਪਣੀ ਪਰੇਸ਼ਾਨੀਆਂ ਲਈ ਪਰਮੇਸ਼ਰ ਨੂੰ ਕਹਿ ਰਹੇ ਹੋ? ਪਰਮੇਸ਼ਰ ਨੂੰ ਪਰਖਣਾ ਚਾਹੁੰਦੇ ਹੋ? ਬਾਣੀ 'ਚ ਲਿਖਿਆ, ਤੂੰ ਹਰ ਸਮੇਂ ਦੇ ਵਿੱਚ ਪਰਮੇਸ਼ਰ ਦੀ ਉਪਾਸਨਾ ਕਰ, ਦੁੱਖ ਦੇ ਵਿੱਚ, ਪਰੇਸ਼ਾਨੀ ਦੇ ਵਿੱਚ, ਗਰੀਬੀ ਦੇ ਵਿੱਚ। ਬਹੁਤ ਸਾਰੇ ਲੋਕ ਅੱਜ ਪਰਮੇਸ਼ਰ ਨੂੰ ਤਾਨਾ ਹੀ ਦੇ ਰਹੇ ਆ ਕਿ ਪਰਮੇਸ਼ਰ ਸਾਨੂੰ ਕਿਉਂ ਨਹੀਂ ਦੇਖਦਾ, ਸਾਨੂੰ ਪਰਮੇਸ਼ਰ ਕਿਉਂ ਨਹੀਂ ਗੱਲ ਕਰਦਾ। ਇਹ ਗੱਲ ਨਹੀਂ ਆ। ਪਰਮੇਸ਼ਰ ਲਈ ਤੁਸੀਂ ਕੀ ਕੀਤਾ, ਤੁਸੀਂ ਦੱਸੋ। ਤੁਸੀਂ ਪਰਮੇਸ਼ਰ ਲਈ ਕੀ ਕਰ ਰਹੇ ਹੋ? ਪਰਮੇਸ਼ਰ ਲਈ ਕੀ ਕਰਨਾ ਚਾਹੁੰਦੇ ਹੋ? ਤੁਸੀਂ ਪਰਮੇਸ਼ਰ ਨੂੰ ਸਮਾਂ ਦੇ ਰਹੇ ਹੋ? ਤੁਸੀਂ ਪਰਮੇਸ਼ਰ ਦੇ ਅੱਗੇ ਘੁਟਨੇ ਟੇਕ ਰਹੇ ਹੋ? ਤੁਸੀਂ ਪਰਮੇਸ਼ਰ ਦੇ ਲਈ ਪ੍ਰਾਰਥਨਾ ਕਰ ਰਹੇ ਹੋ? ਤੁਸੀਂ ਪਰਮੇਸ਼ਰ ਲਈ ਰੋਜ਼ੇ ਰੱਖ ਰਹੇ ਹੋ? ਆਪਣੇ ਲਈ ਰੋਜ਼ੇ ਰੱਖ ਰਹੇ ਹੋ? ਤੁਸੀਂ ਨਹੀਂ ਰੱਖਦੇ ਤੁਸੀਂ। ਔਰ ਚਾਹੁੰਦੇ ਆ ਤੁਸੀਂ ਕਿ ਪਰਮੇਸ਼ਰ ਤੁਹਾਡੇ ਲਈ ਗੱਲ ਕਰੇ ਕਿਸੇ ਹੋਰ ਦੇ ਜ਼ਰੀਏ। ਇਸ ਤਰ੍ਹਾਂ ਨਹੀਂ ਹੋਏਗਾ। ਪਰਮੇਸ਼ਰ ਨੇ ਜੇ ਗੱਲ ਕਰਨੀ ਉਹ ਡਾਇਰੈਕਟ ਤੁਹਾਡੇ ਨਾਲ ਗੱਲ ਕਰੇਗਾ। ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਵਿੱਚ ਦੱਸਦਾ, ਜਦ ਤੁਸੀਂ ਪਰਮੇਸ਼ਰ ਨਾਲ ਰਿਸ਼ਤਾ ਬਣਾ ਲਓਗੇ, ਪਰਮੇਸ਼ਰ ਤੁਹਾਡੇ ਕੰਨਾਂ ਨੂੰ ਖੋਲੇਗਾ ਔਰ ਤੁਹਾਨੂੰ ਦੱਸੇਗਾ ਤੁਹਾਡੇ ਜੀਵਨ 'ਚ ਕਿੱਥੇ ਕਮੀ ਹੈ, ਕਿੱਥੇ ਪ੍ਰੋਬਲਮ ਹੈ। ਪਰਮੇਸ਼ਰ ਨੇ ਜਿੰਨੀ ਵਾਰੀ ਵੀ ਬਚਨ ਦੇ ਵਿੱਚ ਲਿਖਿਆ, ਪਰਮੇਸ਼ਰ ਜਦ ਸਾਮਰੀ ਔਰਤ ਤੋਂ ਗਿਆ, ਮੈਂ ਸੋਚਦਾ ਕਿ ਪਰਮੇਸ਼ਰ ਨੇ ਉਹਦੀ ਪ੍ਰੋਫੈਸੀ ਕੀਤੀ ਕਿ ਉਹਦੇ ਲਈ ਕੀ ਕਿਹਾ। ਪਰਮੇਸ਼ਰ ਨੇ ਉਹਨੂੰ ਕੀ ਦੱਸਿਆ? ਉਹਨੂੰ ਸਾਫ਼ ਦੱਸਿਆ ਉਹਦੇ ਲਈ ਕਿ ਤੂੰ ਕੀ ਸੀਗੀ, ਪਹਿਲਾਂ ਕਿੰਨੇ ਹਸਬੈਂਡ ਕਰ ਚੁੱਕੀ ਹੈ, ਹੁਣ ਕੀ ਕਰਦੀ ਪਈ। ਔਰ ਜਾਣ ਗਈ ਹਾਂ ਸੱਚਮੁੱਚ ਪਰਮੇਸ਼ਰ ਦਾ ਜਾਣਿਆ, ਪਰਮੇਸ਼ਰ ਦਾ ਸੇਵਕ ਹੈ। ਇਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਵੀ ਦੱਸੇਗਾ ਅਗਰ ਤੁਹਾਡੇ ਜੀਵਨ 'ਚ ਕੋਈ ਕਮਜ਼ੋਰੀ ਆ, ਕੋਈ ਪ੍ਰੋਬਲਮ ਹੈ, ਪਰਮੇਸ਼ਰ ਤੁਹਾਡੇ ਨਾਲ ਵੀ ਗੱਲ ਕਰੇਗਾ, ਤੁਹਾਡੇ ਕੰਨਾਂ ਨੂੰ ਵੀ ਖੋਲੇਗਾ। ਪਰ ਕਦੋਂ ਖੋਲੇਗਾ? ਜਦੋਂ ਤੁਸੀਂ ਪਰਮੇਸ਼ਰ ਨੂੰ ਸਮਾਂ ਦੋਗੇ। ਤੁਸੀਂ ਪਰਮੇਸ਼ਰ ਨੂੰ ਸਮਾਂ ਨਹੀਂ ਦੋਗੇ, ਪਰਮੇਸ਼ਰ ਤੁਹਾਡੇ ਨਾਲ ਕਿੱਦਾਂ ਗੱਲ ਕਰੇਗਾ? ਤੁਸੀਂ ਪਰਮੇਸ਼ਰ ਨੂੰ ਸਮਾਂ ਨਹੀਂ ਦੋਗੇ, ਪਰਮੇਸ਼ਰ ਤੁਹਾਡੇ ਨਾਲ ਕਿੱਦਾਂ ਗੱਲ ਕਰੇਗਾ? ਤੁਸੀਂ ਪਰਮੇਸ਼ਰ ਨੂੰ ਚਾਹੁੰਦੇ ਨਹੀਂ ਹੋ ਕਿ ਪਰਮੇਸ਼ਰ ਚਾਹੁੰਦੇ ਹੋ ਤੁਸੀਂ ਕੀ ਗੱਲ ਕਰੇ ਪਰਮੇਸ਼ਰ, ਪਰ ਕਿਸ ਤਰ੍ਹਾਂ ਜਿਹੜੇ ਤੁਸੀਂ ਕਿਸੇ ਦੇ ਜ਼ਰੀਏ, ਕਿਸੇ ਸੇਵਕ ਦੇ ਜ਼ਰੀਏ, ਕਿਸੇ ਪਾਸਟਰ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰੇ। ਇਸ ਤਰ੍ਹਾਂ ਨਹੀਂ। ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ, ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਲਈ ਗੱਲ ਕਰੇ, ਤੇ ਪਹਿਲਾਂ ਪਰਮੇਸ਼ਰ ਨੂੰ ਸਮਾਂ ਦਿਓ। ਅੱਜ ਤੋਂ ਯਾਦ ਕਰੀਏ ਪਰਮੇਸ਼ਰ ਦੇ ਵਚਨ ਦੇ ਵਿੱਚ ਮੈਂ ਤੁਹਾਨੂੰ ਸਿਖਾਇਆ ਕਿ ਪਰਮੇਸ਼ਰ ਮਨੁੱਖਾਂ ਉੱਤੇ ਜਦ ਭਾਰੀ ਨੀਂਦ ਆ ਪੈਂਦੀ ਆ ਤਦ ਪਰਮੇਸ਼ਰ ਉਹਨਾਂ ਦੇ ਕੰਨਾਂ ਨੂੰ ਖੋਲਦਾ, ਔਰ ਸਵੇਰੇ ਸਵੇਰੇ ਪਰਮੇਸ਼ਰ ਉਹਨਾਂ ਦੇ ਕੰਨਾਂ ਨੂੰ ਖੋਲਦਾ। ਜਿਨ੍ਹਾਂ ਨਾਲ ਪਰਮੇਸ਼ਰ ਪਿਆਰ ਕਰਦਾ ਔਰ ਦੇਖਦਾ ਪਰਮੇਸ਼ਰ ਕੀ ਮੇਰੇ ਲੋਕ ਆ, ਉਹਨਾਂ ਦੇ ਕੰਨਾਂ ਨੂੰ ਖੋਲ ਦਿੰਦਾ ਪਰਮੇਸ਼ਰ। ਸੈਮੂਅਲ ਦੇ ਸਬੂਤ ਦੇ ਤੌਰ ਤੇ ਬਾਣੀ ਦੇ ਵਿੱਚ ਪੜਿਆ ਪਹਿਲੇ ਸੈਮੂਅਲ 3 ਅਧਿਆਇ ਤੋਂ ਕਿ ਪਰਮੇਸ਼ਰ ਨੇ ਸੈਮੂਅਲ ਦੇ ਕੰਨਾਂ ਨੂੰ ਖੋਲਿਆ, ਫਿਰ ਉਹਦੇ ਜ਼ਰੀਏ ਵੱਡੇ ਵੱਡੇ ਕੰਮ ਕੀਤੇ। ਇਸੇ ਤਰ੍ਹਾਂ ਪਰਮੇਸ਼ਰ ਤੁਹਾਡੇ ਨਾਲ ਵੀ ਗੱਲ ਕਰੇਗਾ, ਤੁਹਾਡੇ ਜ਼ਰੀਏ ਵੀ ਫਿਰ ਕੰਮ ਕਰੇਗਾ, ਤੁਹਾਡੇ ਜੀਵਨ ਦੇ ਰੁਕੇ ਹੋਏ ਵੀ ਕੰਮ ਕਰੇਗਾ। ਅਗਰ ਚਾਹੁੰਦੇ ਹੋ ਪਰਮੇਸ਼ਰ ਦੀ ਆਸ਼ੀਸ਼ ਲੈਣੀ, ਚਾਹੁੰਦੇ ਹੋ ਪਰਮੇਸ਼ਰ ਦੀ ਬਰਕਤ ਲੈਣੀ, ਤੇ ਪਹਿਲੇ ਸਮਾਂ ਪਰਮੇਸ਼ਰ ਨੂੰ ਦੇਣਾ ਪਏਗਾ। ਤੁਹਾਨੂੰ ਕਰਨੀ ਪਵੇਗੀ, ਤੁਹਾਨੂੰ ਨਜ਼ਦੀਕ ਜਾਣਾ ਪਏਗਾ। ਪਰਮੇਸ਼ਰ ਤੁਹਾਡੇ ਵੱਲ ਹੈ, ਪਰਮੇਸ਼ਰ ਦੀ ਨਿਗਾਹ ਤੁਹਾਡੇ ਵੱਲ ਹੈ, ਪਰ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਕੁਝ ਕਰੋ। ਜਿਸ ਤਰ੍ਹਾਂ ਇੱਕ ਟੀਚਰ ਦੇ ਲਈ ਸਾਰੇ ਸਟੂਡੈਂਟ ਇੱਕੋ ਜਿਹੇ ਹੁੰਦੇ ਆ, ਪਰ ਟੀਚਰ ਕਿਹਨੂੰ ਜ਼ਿਆਦਾ ਪਿਆਰ ਕਰਦਾ? ਕਿਹਨੂੰ? ਜਿਹੜਾ ਟੀਚਰ ਨੂੰ ਫੋਲੋ ਕਰਦਾ, ਜਿਹੜਾ ਕਲਾਸ ਦੇ ਵਿੱਚ ਟੀਚਰ ਨੂੰ ਸਭ ਤੋਂ ਜ਼ਿਆਦਾ ਫੋਲੋ ਕਰਦਾ, ਟੀਚਰ ਉਹਨੂੰ ਜ਼ਿਆਦਾ ਹੀ ਪਿਆਰ ਕਰੇਗੀ ਕਲਾਸ ਦੇ ਵਿੱਚ, ਉਹਨੂੰ ਹੀ ਜ਼ਿਆਦਾ ਅਹਿਮੀਅਤ ਦੇਊਗੀ। ਤੇ ਜਿਹੜੀ ਉਹਦੀ ਗੱਲ ਨੂੰ ਸੁਣ ਕੇ ਇਗਨੋਰ ਕਰੇਗਾ, ਉਹਦੇ ਲਈ ਉਹ ਕੀ ਕਰੇਗੀ? ਉਹਦੇ ਵੱਲ ਨਹੀਂ ਦੇਖੇਗੀ, ਉਹਦੇ ਵੱਲ ਧਿਆਨ ਨਹੀਂ ਦੇਗੀ। ਇਸੇ ਤਰ੍ਹਾਂ ਪਰਮੇਸ਼ਰ ਦੇ ਵਚਨ ਤੁਹਾਨੂੰ ਦੇ ਦਿੱਤਾ ਗਿਆ, ਪਰਮੇਸ਼ਰ ਵੀ ਤੁਹਾਡੇ ਵੱਲ ਦੇਖ ਰਿਹਾ ਕਿ ਤੁਸੀਂ ਇਹਨੂੰ ਇੱਥੇ ਚੱਲਦੇ ਹੋ, ਜੋ ਤੁਹਾਨੂੰ ਵਰਕ ਦਿੱਤਾ ਗਿਆ ਤੁਸੀਂ ਇੱਥੇ ਚੱਲਦੇ ਹੋ, ਤੇ ਕੰਮ ਕਰ ਰਹੇ ਹੋ, ਇਹਨੂੰ ਪੜ੍ਹ ਰਹੇ ਹੋ। ਪਰ ਨਹੀਂ, ਅਗਰ ਤੁਸੀਂ ਇਹਨੂੰ ਨਹੀਂ ਪੜ੍ਹ ਰਹੇ, ਨਹੀਂ ਚੱਲ ਰਹੇ ਹੋ, ਪਰਮੇਸ਼ਰ ਤੁਹਾਡੇ ਵੱਲ ਕਿਸ ਤਰ੍ਹਾਂ ਤੁਹਾਡੇ ਵੱਲ ਧਿਆਨ ਦੇ, ਕਿਸ ਤਰ੍ਹਾਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ? ਔਰ ਤੁਸੀਂ ਚਾਹੁੰਦੇ ਜ਼ਰੂਰ ਹੋ ਕਿ ਵੱਡੇ ਵੱਡੇ ਸੇਵਕਾਂ ਦੇ ਜ਼ਰੀਏ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ। ਪਰਮੇਸ਼ਰ ਤੁਹਾਡੇ ਨਾਲ
खुद गल करेगा, तुहाडे नाल डायरैक्ट करेगा, तुहाडे कन्नां नूं खोल देगा। पर पहल की है कि तुहानूं परमेश्वर दे नज़दीक होना पैना, तुहानूं समां देना पैना। मैं तुहानूं बार-बार कहना देण दा समां नहीं है तुहाडे कोल, तुसीं जॉब करदे आ, वर्क करदे आ, वैरी गुड है, खुदा दा धन्नवाद, तुसीं जॉब करदे हो, तुहानूं ब्लैस करे और आने वाले समय ते। पर रात नूं तुहाडी जॉब तुहानूं परेशान नहीं करेगी, रात नूं तुहाडा काम तुहानूं परेशान नहीं करेगा। उस वेले प्रार्थना करो, उस वेले परमेश्वर नाल गल करन दी चाहवान है, उस वेले परमेश्वर दे वचन नूं पढ़ो, उस वेले प्रार्थना करो। जिन्हें तुहाडे बच्चे तुहानूं परेशान करदे आ, तुहाडे घर च कोई आ जा रहा है, तुहाडे रिलेटिव आ रहे हैं, तुहाडी फैमिली है, नो प्रॉब्लम, लेकिन रात नूं तुहाडे घर कोई नहीं आएगा, रात नूं तुहाडे घर कोई गेस्ट नहीं आएगा, रात नूं तुहाडे घर कोई भी शख्स नहीं आएगा, रात नूं तुहाडे बच्चे तुहानूं परेशान नहीं करनगे। उस वेले परमेश्वर दे अगे घुटने टेको, उस वेले परमेश्वर अगे प्रार्थना करो, लेकिन करो जरूर। सो परमेश्वर दे विच तुसीं चाहुंदे कि वधना ते अपने कन्नां नूं खोलना। पहला तुसीं की करो, परमेश्वर दे अगे प्रार्थना करो। आइए आपां परमेश्वर दे वचन जिੱਥੋਂ शुरू कीता सी उत्थे ਚੱਲਾਂਗੇ, ताकि तुसीं याद रखो कि आपां की पढ़ रहे हैं परमेश्वर दे वचन दे विच और की सिੱਖ रहे हैं। अजूब दी किताब ਉਹਦਾ 33 अध्याय ਉਹਦੀ 15 आयत सुनिए की लिखा परमेश्वर के वचन दे विच जो अज आपां सीख रहे हैं परमेश्वर का कलाम। मैं चाहुंदा कि तुसीं इत्ते गौर करो। अज मेरा फोकस तुहानूं यही गल कराउण ते आ, गौर। सुपने दे विच रात दी दृष्टि विच जद भारी नींद मनुੱਖਾਂ उत्ते आ पैंदी है अते जद वो अपने बिस्तरे उत्ते सौंदे हैं तद वो मनुੱਖਾਂ दे कन्नां नूं खोलदा है। हुण कंन खोलदा है परमेश्वर। जदों मनुੱਖ उत्ते भारी नींद आ पई और अपने बिस्तरिਆਂ ते सुत्ता हुंदा उदों परमेश्वर तुहाडे कन्नां नूं खोलना चाहुंदा, उदों परमेश्वर तुहाडे नाल गल करना चाहुंदा जो तुसीं आराम नाल सुत्ते हो। परमेश्वर ने यही समां क्यों सुणिया? क्योंकि इस वेले तुहाडा बॉस तुहानूं परेशान नहीं कर रहा, तुहाडे कंपनी दा फोन तुहानूं परेशान नहीं कर रहा, तुहानूं रिंग नहीं आ रही, इस वेले तुहाडे घर गेस्ट नहीं आ रहे, इस वेले तुहाडे घर कोई नहीं आ रहा। रात दे समय सिर्फ सब सुत्ते हुए, उस वेले परमेश्वर एकांत दे विच तुहाडे नाल गल करना चाहुंदा। उस वेले परमेश्वर दा वचन कहंदा कि तद मनुੱਖਾਂ उत्ते भारी नींद आ पैंदी है अते जद वो अपने बिस्तरिਆਂ उत्ते सौंदे हैं तद वो मनुੱਖਾਂ दे कन्नां नूं खोलदा है। तद परमेश्वर मनुੱਖਾਂ दे कन्नां नूं खोलना चाहुंदा है, तद परमेश्वर चाहुंदा है तुहाडे नाल गल करनी। पर मनुੱਖ अज दे बहुत सारा यूथ अज दा 12-12 1-1 बजे तक गेम खेल रहा है, पबजी नाम में भी बहुत बहुत मैं सुनिया कि इस वेले यूथ उस गेम दे मगर पागल हो चुका है। बहुत सारा मैं यूथ नूं देखिया कि रात 1-1 बजे तक 2-2 बजे तक वो गेम खेल रहा है। साडे मसीह लोगां नूं मैं चेक कीता वो भी बहुत खेल रहे। मैं नहीं कहना गेम नहीं खेलनी, गेम खेलना बच्चों का काम है। गेम खेलो, एक गेम का टाइम है, 1 घंटा आधा घंटा जो तुहाडा गेम खेलने का टाइम है, माइंड फ्रैश करो, नो प्रॉब्लम खेलो, लेकिन इन्ना ज़्यादा उहदे विच ना हो जाओ कि वो तुहाडे ते हैवी हो जाए। इस वेले मैं सोचदा पबजी पूरे यूथ ते हैवी हो चुका है और मसीह यूथ भी बहुत ज़्यादा मैं देख चुका कि इहदे विच व्यस्त रहंदे जो उन्हां नूं परमेश्वर दे वचन दे विच उन्हां दे सेवक बहुत सारे सेवक पास्टर सिखाउंदे आ, लेकिन वो की करदे आ चर्च दे विच आउंदे आ अपने कन्नां नूं बंद करदे, अपने कन्नां नूं नहीं खोलदे। इसलिए बाइबल दे विच लिखिआ तुसीं अपने कन्नां नूं खोल दो। परमेश्वर तुहाडे नाल गल करना चाहुंदा आ। रात दे समय जद मनुੱਖਾਂ ते भारी नींद आ पैंदी तद परमेश्वर तुहाडे नाल गल करना चाहुंदा, तद परमेश्वर तुहाडे नाल बोलना चाहुंदा, तद परमेश्वर तुहानूं अपनी गल दसना चाहुंदा। पर तुसीं उस वेले अपनी नींद दे विच सोना पसंद करदे हो, परमेश्वर नूं समां देना नहीं पसंद करदे। उस वेले वो साडा समां तां रैस्ट दा समां, जिन्हें मैं पूरा दिन जॉब की परेशान है, हुण मैं सोना रात का टाइम है, हुण मेरा सौण का टाइम नहीं। तुसीं 1 घंटा दोगे परमेश्वर नूं, परमेश्वर तुहाडे नाल गल करना चाहुंदा।
ਮੈਂ ਯਾਦ ਕਰਦਾ ਕਿ ਜਦ ਮਿਨਿਸਟਰੀ ਦੀ ਸ਼ੁਰੂਆਤ ਹੋਈ ਅਸੀਂ ਯੂਥ ਫੁੱਲ ਨਾਈਟ ਪ੍ਰੇਅਰ ਕਰਦੇ ਰਹੇ ਹਾਂ ਔਰ ਯੂਥ ਘੱਟੋ ਘੱਟ ਅਸੀਂ 15 12 ਜਣੇ ਯੂਥ ਪ੍ਰੇਅਰ ਕਰਦੇ ਰਹੇ ਇਕੱਠੇ ਔਰ ਸਾਰੇ ਅਨਮੈਰਿਡ ਯੂਥ ਪ੍ਰੋਪਰ ਫੁੱਲ ਨਾਈਟ ਪ੍ਰੇਅਰ ਕਰਦੇ ਰਹੇ ਥੱਕ ਜਾਣਾ ਘੁਟਨਿਆਂ ਭਾਰ ਖੜੇ ਹੋ ਜਾਣਾ ਪਰਮੇਸ਼ਰ ਦਾ ਧੰਨਵਾਦ ਕਿ ਪਰਮੇਸ਼ਰ ਨੇ ਸਾਨੂੰ ਉਹ ਬਲ ਦਿੱਤਾ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਤੁਸੀਂ ਪਰਮੇਸ਼ਰ ਦੇ ਕੋਲ ਆਉਂਦੇ ਹੋ ਪਰਮੇਸ਼ਰ ਤੁਹਾਨੂੰ ਆਪਣਾ ਬਲ ਵੀ ਦੇਗਾ, ਪਰਮੇਸ਼ਰ ਤੁਹਾਨੂੰ ਜਾਗਣ ਦਾ ਵੀ ਬਲ ਦੇ ਦੇਗਾ। ਜਦੋਂ ਤੁਸੀਂ ਧਿਆਨ ਲਓਗੇ, ਜਦੋਂ ਤੁਸੀਂ ਸੋਚ ਲਓਗੇ ਪਰਮੇਸ਼ਰ ਨੇ ਅੱਜ ਤੇਰੇ ਲਈ ਜਾਗਣਾ, ਅੱਜ ਮੈਂ ਫੁੱਲ ਨਾਈਟ ਪ੍ਰੇਅਰ ਕਰਨੀ, ਪਰਮੇਸ਼ਰ ਤੁਹਾਨੂੰ ਬਲ ਦੇਗਾ ਕਿਉਂਕਿ ਬਾਈਬਲ 'ਚ ਲਿਖਿਆ ਸਾਮਰਥਾ ਪਰਮੇਸ਼ਰ ਕੋਲ ਹੈ, ਸ਼ਕਤੀ ਪਰਮੇਸ਼ਰ ਕੋਲ ਹੈ, ਤਾਕਤ ਪਰਮੇਸ਼ਰ ਕੋਲ ਹੈ। ਪਰਮੇਸ਼ਰ ਦੇ ਸਕਦਾ ਹੈ ਲੇਕਿਨ ਪਹਿਲ ਤੁਸੀਂ ਕੀ ਪਰਮੇਸ਼ਰ ਲਈ ਕਰੋ ਨਾ। ਇਸ ਲਈ ਪਰਮੇਸ਼ਰ ਦੇ ਵਚਨ 'ਚ ਲਿਖਿਆ ਤੁਹਾਡੇ ਪਰਮੇਸ਼ਰ ਤੁਹਾਡੇ ਕੰਨਾਂ ਨੂੰ ਖੋਲ੍ਹਦਾ, ਜੋ ਤੁਹਾਡੇ ਉੱਤੇ ਭਾਰੀ ਨੀਂਦ ਆ ਪਈ ਹੁੰਦੀ ਹੈ ਉਦੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ। ਇੱਕ ਹੋਰ ਆਪਾਂ ਲਾਸਟ ਪੜਾਂਗੇ ਤੇ ਨਾਲ ਹੀ ਯਸ਼ਾਇਆ ਇਹ ਮੈਂ ਬਸ ਤੁਹਾਨੂੰ ਬਾਰ-ਬਾਰ ਟੱਚ ਇਸ ਲਈ ਕਰਾ ਰਿਹਾ ਹਾਂ ਕਿ ਤੁਸੀਂ ਯਾਦ ਰੱਖੋ ਕਿ ਅਸੀਂ ਪਰਮੇਸ਼ਰ ਦੇ ਕਲਾਮ 'ਚ ਅੱਜ ਸਿੱਖ ਕੀ ਰਹੇ ਹਾਂ। 50 ਦੀ ਫਿਰ 4 ਹੈ, ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਹੈ, ਭਾਈ ਮੈਂ ਜਾਣਾ ਕਿ ਗੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ। ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਖੋਲਦਾ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ ਤੇ ਮੇਰੇ ਕੰਨਾਂ ਨੂੰ ਕੀ ਕਰਦਾ ਹੈ, ਖੋਲਦਾ ਹੈ। ਸਵੇਰੇ ਸਵੇਰੇ ਕੌਣ ਜਗਾਉਂਦਾ? ਪਰਮੇਸ਼ਰ ਜਗਾਏਗਾ ਤੁਹਾਨੂੰ। ਜੋ ਤੁਸੀਂ ਪਰਮੇਸ਼ਰ ਨਾਲ ਰਿਸ਼ਤਾ ਕਾਇਮ ਕਰੋਗੇ ਪਰਮੇਸ਼ਰ ਤੁਹਾਨੂੰ ਜਗਾਏਗਾ, ਪਰਮੇਸ਼ਰ ਤੁਹਾਡੇ ਕੰਨਾਂ ਨੂੰ ਫਿਰ ਖੋਲ ਦੇਗਾ, ਫਿਰ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ, ਫਿਰ ਪਰਮੇਸ਼ਰ ਤੁਹਾਨੂੰ ਸਿਖਾਏਗਾ। ਪਹਿਲਾਂ ਤੁਸੀਂ ਪਰਮੇਸ਼ਰ ਦੇ ਕੋਲ ਜਾਣਾ, ਪਹਿਲਾਂ ਤੁਸੀਂ ਪਰਮੇਸ਼ਰ ਨਾਲ ਗੱਲ ਕਰਨੀ, ਪਰਮੇਸ਼ਰ ਫਿਰ ਤੁਹਾਡੇ ਨਾਲ ਗੱਲ ਕਰੇਗਾ, ਪਰਮੇਸ਼ਰ ਤੁਹਾਡੇ ਨਾਲ ਬੋਲੇਗਾ। ਇਸ ਲਈ ਅੱਜ ਅਸੀਂ ਪਰਮੇਸ਼ਰ ਦੇ ਵਚਨ 'ਚੋਂ ਸਿੱਖਿਆ ਕਿ ਪਰਮੇਸ਼ਰ ਤੁਹਾਡੇ ਨਾਲ ਕੀ ਕਰਦਾ ਹੈ, ਗੱਲ ਕਰਦਾ ਹੈ। ਇਸ ਵਚਨ ਦੇ ਪੜ੍ਹੇ ਤੇ ਸੁਣੇ ਜਾਣ ਤੇ ਤੁਹਾਨੂੰ ਸਭ ਨੂੰ ਆਸ਼ੀਸ਼ ਮਿਲੇ। ਆइए आप आखिरी प्रार्थना करें। स्वर्गीय जिंदा पिता परमेश्वर, सच्चे खुदावन खुदा स्वामी सतगुरु यीशु जी, मैं ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਜੋ ਪ੍ਰਭੂ ਆ ਤੁਹਾਡੇ ਵਚਨ ਦੇ ਵਿੱਚ ਅੱਜ ਅਸੀਂ ਸਿੱਖ ਲਿਆ ਖੁਦਾਵੰ, ਤੁਸੀਂ ਆਪਣੇ ਲੋਕਾਂ ਨਾਲ ਗੱਲ ਕਰਦੇ ਹੋ, ਬੋਲਦੇ ਹੋ ਪਿਤਾ ਪਰਮੇਸ਼ਰ। ਹਾਂ ਪ੍ਰਭੂ, ਇਹ ਤੁਹਾਡੇ ਲੋਕ ਤੁਹਾਡੇ ਵਚਨ ਤੇ ਮੰਨਣ ਕਰਨ ਔਰ ਪ੍ਰਭੂ ਇਹਨਾਂ ਦੇ ਜੀਵਨ ਨੂੰ ਪ੍ਰਭੂ ਇਹਨਾਂ ਦੇ ਕੰਨਾਂ ਨੂੰ ਤੂੰ ਖੋਲ ਦੇ ਤਾਂ ਕਿ ਇਹ ਤੇਰੇ ਵਚਨ ਦੇ ਅਕੋਰਡਿੰਗ ਚੱਲ ਸਕਣ ਖੁਦਾਵੰ ਪਿਤਾ ਪਰਮੇਸ਼ਰ। ਔਰ ਪ੍ਰਭੂ ਇਹ ਸਾਰਾ ਸਮਾਂ ਜੋ ਤੁਹਾਡੀ ਹਜ਼ੂਰੀ ਦੇ ਵਿੱਚ ਗਿਆ, ਸਾਰੀ ਪ੍ਰਾਰਥਨਾ ਆਪਣੇ ਉਤਾਰ ਕਰਦਾ ਖੁਦਾਵੰ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਔਰ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਖੁਦਾ ਤੁਹਾਨੂੰ ਸਭ ਨੂੰ ਆਸ਼ੀਸ਼ ਦੇ, ਸਭ ਨੂੰ ਯਿਸੂ ਮਸੀਹ ਦੇ ਨਾਮ 'ਚ ਸ਼ਾਂਤੀ।